सिमरो अंगद दुख निकंदन अमरदास गोर हृदय निहित त्याऊं गोर हृदय निहित त्याऊं श्री गुरु रामदास गुण गाऊं गुरु अर्जन विगणन के नाशक विगणन के नाशक हर गोबिंद शुभ महत प्रकाशक गुरु हर राय नमो कार जोरी नमो कार जोरी गुरु हर कृष्ण मनावूं बहोरी तेग बहादुर परमं किरपाला वाहे गुरु परमं किरपाला श्री गुरु गोबिंद सिंह बेसाला तरों तरा पग पुन पुन सीसा पग पुन पुन सीसा बंदों जी बार बार जगदीशा जाम है अमृत ज्ञान है मानक भगत बैराग धन श्री गुरु ग्रंथ उदद बंदों कर अनुराग एक ओंकारा सतगुरु जिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए फिर नलको तार तह हुतो तब ही गुर सिद्ध माहे एक टहनो प्रभ की दिशा एक सिद्धन दिस आहे वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी आप जी वड भागे हो जो 8वें पातशाह बाला प्रीतम सतगुरु जिस डिठै सब दुख जाए इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक
ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸੱਚੇ ਪਾਤਸ਼ਾਹ ਸੱਤ ਦੀਪਾਂ ਦੇ ਭਰਮਣ ਤੋਂ ਬਾਅਦ ਜਦੋਂ ਇੱਥੇ ਜੰਬੂ ਦੀਪ ਆਉਂਦੇ ਨੇ ਜਾਂ 9 ਖੰਡਾਂ ਵਿੱਚੋਂ ਜਦੋਂ ਇਸ ਭਾਰਤ ਖੰਡ ਆਉਂਦੇ ਨੇ, ਇੱਕ ਵਾਰ ਫਿਰ ਜੋਗੀਆਂ ਦੇ ਗੁਰੂ ਗੋਰਖਨਾਥ ਦੇ ਤਪ ਸਥਾਨ ਤੇ ਸਤਿਗੁਰਾਂ ਦੀ ਭੇਟ ਹੁੰਦੀ ਹੈ। ਜੋਗੀ ਹਾਰ ਜਾਂਦੇ ਨੇ, ਉੱਥੋਂ ਦੌੜ ਕੇ ਗੋਰਖ ਮੱਤੇ ਆ ਜਾਂਦੇ ਨੇ। ਸਤਿਗੁਰੂ ਵੀ ਮਗਰੇ ਆ ਗਏ। ਇੱਥੇ ਜੋਗੀਆਂ ਨੇ ਖੁਨਸ ਖਾਧੀ ਹੈ। ਕਈ ਸਵਾਲ ਕੀਤੇ ਨੇ, ਤੇਰਾ ਗੁਰੂ ਕੌਣ ਹੈ? ਤੈਨੂੰ ਸਿੱਖਿਆ ਕਿਸ ਨੇ ਦਿੱਤੀ ਹੈ? ਤੂੰ ਆਪਣੇ ਘਰ ਕਿਉਂ ਨਹੀਂ ਜਾਂਦਾ? ਤੂੰ ਆਪਣਾ ਘਰ ਕਿਉਂ ਛੱਡਿਆ? ਤੇਰੇ ਘਰ ਵਿੱਚ ਕੀ ਦੁੱਖ ਹੈ? ਫਿਰ ਇਹ ਵੀ ਕਿ ਤੂੰ ਇੱਕ ਜਗ੍ਹਾ ਟਿਕ ਕਿਉਂ ਨਹੀਂ ਜਾਂਦਾ? ਹੁਣ ਕਈ ਵਾਰੀ ਸਾਨੂੰ ਲੱਗੇਗਾ ਵੀ ਇਹ ਸਾਰੇ ਸਵਾਲ ਹੀ ਨੇ। ਸਵਾਲ ਨਹੀਂ ਹੈ। ਇਹਦਾ ਅਰਥ ਇਹ ਵੀ ਇੱਦਾਂ ਵੀ ਹੁੰਦਾ ਹੈ ਵੀ ਕਿਤੇ ਇੱਕ ਜਗ੍ਹਾ ਬਹਿ ਜਾ ਭਰਾਵਾ, ਕਿਉਂ ਸਾਡੇ ਮਗਰ ਚੜਿਆ ਰਹਿਣਾ। ਇਹਦੇ ਅਰਥ ਇਹ ਵੀ ਹੁੰਦੇ ਨੇ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਹ ਗੱਲ ਲਿਖੀ ਹੈ, ਮੈਂ ਪਹਿਲਾਂ ਵੀ ਆਪ ਜੀ ਨਾਲ ਸਾਂਝੀ ਕਰਦਾ। ਕਹਿੰਦੇ ਮੇਰੇ ਦਫ਼ਤਰ ਵਿੱਚ ਮੇਰਾ ਹੀ ਇੱਕ ਕੁਲੀਗ ਸੀ, ਉਹ ਮੇਰਾ ਹੀ ਸਿਰ ਖਾਈ ਜਾਣਾ ਉਹਨੇ। ਮੈਂ ਲਿਖਣਾ ਪੜ੍ਹਨਾ ਹੁੰਦਾ ਸੀ, ਉਹਨੇ ਆ ਕੇ ਤੇ ਮੈਨੂੰ ਡਿਸਟਰਬ ਕਰਨਾ। ਕਹਿੰਦਾ ਮੈਂ ਆਪਣੇ ਵੱਲੋਂ ਤੇ ਉਸ ਨੂੰ ਮਗਰੋਂ ਲਾਇਆ। ਮੈਂ ਉਹਨੂੰ ਕਿਹਾ ਵੀ ਤੂੰ ਅਜੇ ਵੀ ਪੜ੍ਹ ਲਿਖ ਸਕਦਾ ਹੈ, ਤਰੱਕੀ ਕਰ ਸਕਦਾ ਹੈ, ਦਿਮਾਗ ਰੱਬ ਨੇ ਤੈਨੂੰ ਬੜਾ ਦਿੱਤਾ ਹੈ। ਕਹਿੰਦਾ ਮੈਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਸੱਚੀ ਮੁੱਚੀ ਅਫਸਰ ਬਣ ਗਿਆ। ਆਪਣੇ ਵੱਲੋਂ ਤੇ ਸੋਚਿਆ ਸੀ ਵੀ ਨਾ ਇਹਦੇ ਕੋ ਪੜ੍ਹਿਆ ਜਾਏਗਾ ਤੇ ਘੱਟੋ ਘਾਟੇ ਵੀ ਮੇਰਾ ਖਹਿੜਾ ਤੇ ਛੱਡੇਗਾ। ਤਾਂ ਕਈ ਵਾਰੀ ਕੁਝ ਗੱਲਾਂ ਦੇ ਸ਼ਬਦ ਹੋਰ ਹੁੰਦੇ ਨੇ, ਅਰਥ ਹੋਰ ਹੁੰਦੇ ਨੇ। ਇੱਥੇ ਵੀ ਸਤਿਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਜਿਸ ਚੱਲ ਦਲ ਦੇ ਬਿਰਖ ਥੱਲੇ ਸਤਿਗੁਰੂ ਬੈਠੇ ਸਨ, ਉਹਨੂੰ ਹਰਿਆ ਕਰ ਦਿੱਤਾ। ਹੁਣ ਇਹ ਵੀ ਜੋਗੀਆਂ ਵਾਸਤੇ ਬੜਾ ਚੈਲੰਜ ਸੀ ਇੱਕ ਤਰ੍ਹਾਂ ਦਾ। ਫਿਰ ਇਹਨਾਂ ਨੇ ਦਰਖਤ ਅਡਾਉਣ ਦੀ ਕੋਸ਼ਿਸ਼ ਕੀਤੀ। ਅੱਗ ਮੰਗਣੀ ਚਾਹੀ, ਗੁਰੂ ਜੀ ਨੇ ਅੱਗ ਨਹੀਂ ਦਿੱਤੀ। ਜੇ ਆਪ ਅੱਗ ਪੈਦਾ ਕੀਤੀ ਤੇ ਉਸ ਨੂੰ ਉਡਾਉਣ ਦਾ ਯਤਨ ਕੀਤਾ। ਅਖੀਰ ਆਪ ਇਹਨਾਂ ਨੂੰ ਅੱਗ ਮੰਗਣੀ ਪਈ।
ਹੁਣ ਇੱਥੇ ਆਉਂਦਾ ਹੈ ਕਿ ਇਹ ਜਿਹੜੇ ਜੋਗੀ ਸਨ, ਇਹ ਬੈਠੇ ਬੈਠੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਜੀ ਕਹਿੰਦੇ ਕੋਈ ਫਲ ਫਰੂਟ ਖਵਾਓ। ਹੁਣ ਇਹ ਸ਼ਬਦ ਇੱਕ ਅੰਗਰੇਜ਼ੀ ਦਾ ਹੈ, ਇੱਕ ਸਾਡਾ ਆਪਣਾ ਹੈ। ਫਲ ਫਰੂਟ ਦਾ ਅਰਥ ਵੀ ਫਲ ਹੀ ਹੁੰਦਾ ਹੈ। ਹੁਣ ਇਹ ਮੇਰੇ ਬੋਲਣ ਤੋਂ, ਕਿਉਂਕਿ ਆਪਣੀ ਜ਼ੁਬਾਨ ਤੇ ਇਹਦਾ ਚੜੀ ਹੋਈ ਗੱਲ ਹੈ, ਤਾਂ ਜੋਗੀਆਂ ਦਾ ਜਿਹੜਾ ਸ਼ਬਦ ਹੈ ਉਹ ਸ਼ਬਦ ਹੈ ਕਿ ਲੱਜਤ ਹਵੈ ਸਭ ਹੀ ਪਚਹਾਰੇ, ਸ਼੍ਰੀ ਪ੍ਰਭ ਨਿਜ ਤੇ ਬ੍ਰਿਧ ਵਿਚਾਰੇ। ਜੋਗੀ ਹਾਰ ਗਏ। ਸਤਿਗੁਰਾਂ ਨੂੰ ਉਹਨਾਂ ਨੇ ਸਮਝ ਲਿਆ ਕਿ ਵੱਡੇ ਨੇ, ਇਹ ਬ੍ਰਿਧ ਨੇ। ਬ੍ਰਿਧ ਦਾ ਇੱਕ ਅਰਥ ਅਸੀਂ ਕਰਾਂਗੇ ਬੁੱਢਾ, ਬਜ਼ੁਰਗ। ਇੱਕ ਬ੍ਰਿਧ ਦਾ ਅਰਥ ਸੁਭਾਅ ਵੀ ਹੈ, ਜਿਹਨੂੰ ਅਸੀਂ ਬਿਰਧ ਕਹਿੰਦੇ ਆ। ਇੱਕ ਬ੍ਰਿਧ ਦਾ ਅਰਥ ਹੁੰਦਾ ਵੱਡਾ। ਵੈਸੇ ਤਾਂ ਬਜ਼ੁਰਗ ਵੀ ਵੱਡੇ ਨੂੰ ਹੀ ਆਖਿਆ ਜਾਂਦਾ ਹੈ। ਕਹਿਣ ਲੱਗੇ, ਜੀ ਤੁਸੀਂ ਸਾਡੇ ਤੋਂ ਵੱਡੇ ਹੋ। ਕੇਤਕ ਚਰਨਨ ਸੀਸ ਨਵਾਇਓ, ਕੇਤਕ ਮਨ ਮੈਂ ਗਰਭ ਵਢਾਇਓ। ਜੋਗੀਆਂ ਵਿੱਚ ਵੀ ਜੋਗੀ, ਸਿੱਧਾਂ ਵਿੱਚ ਵੀ ਸਿੱਧ ਦੋ ਕਿਸਮ ਦੇ ਸਨ। ਇੱਕ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਇੱਕ ਉਹ ਸੀ ਜਿਹੜੇ ਅਜੇ ਵੀ ਘਸੁੰਨਵੱਟਾ ਜਿਹਾ ਬਣ ਕੇ ਬੈਠੇ ਹੋਏ ਨੇ। ਤੁਸੀਂ ਵੇਖਿਓ ਘਰ 'ਚ ਕੁਝ ਜੀ ਹੋਣਗੇ ਜਿਹੜੇ ਤੁਹਾਨੂੰ ਆ ਕੇ ਖੁਸ਼ ਹੋ ਕੇ ਮਿਲਣਗੇ, ਤੁਹਾਡੇ ਪੈਰੀਂ ਹੱਥ ਵੀ ਲਾਉਣਗੇ, ਤੁਹਾਨੂੰ ਗਲਵੱਕੜੀ ਪਾ ਕੇ ਵੀ ਮਿਲਣਗੇ। ਕਈ ਉੱਦਾਂ ਹੀ ਦੂਰੋਂ ਹੀ ਆ ਕੇ ਸਤਿ ਸ੍ਰੀ ਅਕਾਲ ਜੀ, ਮਤਲਬ ਉਹਨਾਂ ਦੇ ਚਿਹਰੇ ਤੇ ਵੀ ਕੋਈ ਰੌਣਕ ਨਹੀਂ ਹੁੰਦੀ। ਬਸ ਇਹੀ ਹੈ ਜਿਵੇਂ ਨਾ ਉਹ ਮਜਬੂਰੀ 'ਚ ਮਿਸ ਕਾਲ ਮਾਰਨ ਵਾਲੀ ਗੱਲ ਹੁੰਦੀ ਹੈ ਵੀ ਬੋਲਣਾ ਤੇ ਪੈਣਾ ਹੀ ਹੈ, ਵੀ ਚਲੋ ਕਹਿ ਦਿਓ ਸਤਿ ਸ੍ਰੀ ਅਕਾਲ। ਤਾਂ ਕਈ ਜੋਗੀ ਐਸੇ ਸਨ ਜਿਹੜੇ ਸਤਿਗੁਰੂ ਜੀ ਨੂੰ ਅਜੇ ਵੀ ਉਹਨਾਂ ਨੇ ਨਮਸਕਾਰ ਨਹੀਂ ਕੀਤੀ। ਕੇਤਕ ਮਨ ਮੈਂ ਗਰਭ ਵਢਾਇਓ। ਅਜੇ ਵੀ ਉਹਨਾਂ ਦੇ ਮਨ ਵਿੱਚ ਹੰਕਾਰ ਹੈ, ਚੁੱਪ ਨੇ, ਪਰ ਮਨ ਹੀ ਮਨ ਸੋਚਦੇ ਨੇ ਵੀ ਪਤਾ ਨਹੀਂ ਆਪਣੇ ਆਪ ਨੂੰ ਇਹ ਨਾਨਕ ਕੀ ਬਣਾਈ ਫਿਰਦਾ। ਇਹ ਜ਼ਰੂਰੀ ਨਹੀਂ ਹੁੰਦੀ ਕਿ ਸਾਰੀ ਦੁਨੀਆ ਤੁਹਾਨੂੰ ਵੱਡਾ ਮੰਨ ਲਵੇ। ਇਹ ਜਾਣਦਿਆਂ ਹੋਇਆਂ ਵੀ ਤੁਸੀਂ ਵੱਡੇ ਹੋ, ਮੰਨਣਾ ਹੋ, ਇਹ ਅਗਲੀ ਸਟੇਜ ਹੈ। ਹੁਣ ਕੋਈ ਆਦਮੀ ਵੱਡਾ ਹੈ, ਹੁਣ ਕੋਈ ਆਦਮੀ ਕਹਿੰਦਾ ਜੀ ਮੈਂ ਤੁਹਾਨੂੰ ਨਹੀਂ ਮੰਨਦਾ। ਅਕਬਰ ਬਾਦਸ਼ਾਹ ਬਣ ਗਿਆ, ਮਹਾਰਾਣੇ ਪ੍ਰਤਾਪ ਨੇ ਨਹੀਂ ਮੰਨਿਆ, ਸਾਰੀ ਉਮਰ ਬਾਗੀ ਰਿਹਾ। ਸਾਡੇ ਆਪਣੇ ਹੁਣ ਵੇਖਣ 'ਚ ਹੈ ਕਿ ਅਮਰੀਕਾ ਦੁਨੀਆ ਦੀ ਪਾਵਰ ਬਣਿਆ, ਪਰ ਇਰਾਕ ਦੇ ਬਾਦਸ਼ਾਹ ਨੇ ਕਿਹਾ ਮੈਂ ਨਹੀਂ ਮੰਨਦਾ ਤੈਨੂੰ, ਗੁਦਾਫੀ ਨੇ ਕਿਹਾ ਮੈਂ ਨਹੀਂ ਮੰਨਦਾ, ਸਦਾਮ ਹੁਸੈਨ ਨੇ ਕਿਹਾ ਮੈਂ ਨਹੀਂ ਮੰਨਦਾ। ਅਮਰੀਕਾ ਦੇ ਡਾਲਰਾਂ ਦੇ ਪਾਏਦਾਨ ਬਣਾ ਦਿੱਤੇ। ਪਾਏਦਾਨ ਜਿਹੜੇ ਤੁਹਾਡੇ ਬੂਹੇ ਦੇ ਅੱਗੇ ਮੈਟ ਵਿਛੇ ਹੁੰਦੇ ਨੇ ਨਾ, ਡਾਲਰਾਂ ਦੇ ਬਣਾ ਦਿੱਤੇ। ਇੰਨੀ ਉਹਨੂੰ ਈਰਖਾ ਸੀ ਅਮਰੀਕਨ ਨਾਲ, ਅਮਰੀਕਨ ਕਰੰਸੀ ਨਾਲ, ਉੱਥੋਂ ਦੀ ਸਰਕਾਰ ਨਾਲ। ਇਹ ਯੂਰੋ ਨੂੰ ਉਹਨੇ ਚੁੱਕਿਆ। ਉਹ ਕਹਿੰਦਾ ਸੀ ਮੈਂ ਡਾਲਰ 'ਚ ਤੇਲ ਹੀ ਨਹੀਂ ਵੇਚਾਂਗਾ, ਜਿਹਨੇ ਮੇਰੇ ਤੋਂ ਤੇਲ ਲੈਣਾ ਹੈ ਉਹ ਡਾਲਰ ਵਿੱਚ ਮੇਰੇ ਕੋਲ ਤੇਲ ਨਹੀਂ ਲੈ ਸਕਦਾ। ਉਹਨੇ ਕਿਹਾ ਇਸ ਕਰੰਸੀ 'ਚ ਮੈਂ ਤੇਲ ਨਹੀਂ ਵੇਚਾਂਗਾ। ਐਸੇ ਲੋਕ ਹੁੰਦੇ ਨੇ ਜਿਹੜੇ ਲੋਕ ਜਾਣਦਿਆਂ ਹੋਇਆਂ ਕਿ ਤੁਸੀਂ ਵੱਡੇ ਹੋ, ਉਹ ਕਹਿੰਦੇ ਜੀ ਮੈਂ ਨਹੀਂ ਮੰਨਦਾ ਤੁਹਾਨੂੰ, ਵੱਡਾ ਕੀ ਕਰ ਲਓਗੇ। ਮੈਂ ਕਈ ਵਾਰੀ ਨਾ, ਕਈ ਜਾਣਦਾ ਵੀ ਹੁੰਨਾ ਵੀ ਇਹ ਮੇਰੇ ਤੋਂ ਸਾਲ 2 ਸਾਲ ਛੋਟਾ ਹੈ, ਤੇ ਕਈ ਵਾਰ ਕਹਿ ਦਈਦਾ ਵੀਰ ਜੀ ਤੁਸੀਂ ਮੇਰੇ ਵੱਡੇ ਭਰਾ ਹੋ। ਕਹਿੰਦੇ ਜੀ ਕਿਵੇਂ ਵੱਡਾ ਮੈਂ ਕਿਹਾ ਜੀ ਸ਼ੁਕਰ ਕਰੋ ਮੈਂ ਮੰਨ ਰਿਹਾ ਤੁਹਾਨੂੰ ਵੱਡਾ। ਜੇ ਚਲੋ ਤੁਸੀਂ ਛੋਟੇ ਹੋ ਮੈਂ ਵੱਡਾ ਮੰਨ ਰਿਹਾ, ਤੁਹਾਨੂੰ ਤਾਂ ਮੇਰਾ ਥੈਂਕ ਯੂ ਕਰਨਾ ਚਾਹੀਦਾ। ਕਈ ਵਾਰੀ ਬੰਦਾ ਵੱਡੇ ਨੂੰ ਵੀ ਕਹਿੰਦਾ ਜਾਂ ਮੈਂ ਨਹੀਂ ਵੱਡਾ ਮੰਨਦਾ, ਫਿਰ ਕੀ ਕਰੋਗੇ। ਜੋਗੀਆਂ ਵਿੱਚੋਂ ਕੁਝ ਜੋਗੀ ਗੁਰੂ ਸਾਹਿਬ ਨੂੰ ਵੱਡਾ ਮੰਨਦੇ ਸਨ, ਕੁਝ ਜੋਗੀ ਨਹੀਂ ਮੰਨਦੇ ਸਨ।
ਉਹ ਆਪਣੇ ਹੰਕਾਰ ਆਪਣੇ ਗਰਭ ਦੇ ਵਿੱਚ ਭਰੇ ਹੋਏ ਨੇ। ਅਜੇ ਵੀ ਉਹਨਾਂ ਦੀ ਹਾਲਤ ਜਿਹੜੀ ਹੈ, ਕੇਤਕ ਮਨ ਮੈਂ ਗਰਭ ਵਢਾਇਓ ਤਬ ਮਛੰਦਰ ਨੇ ਬੈਣ ਉਚਾਰੇ। ਤਦੋਂ ਜਿਹੜਾ ਮਛਿੰਦਰ ਜੋਗੀ ਹੈ ਉਹਨੇ ਗੁਰੂ ਜੀ ਨੂੰ ਬੇਨਤੀ ਕੀਤੀ ਹੈ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਤਬ ਮਛਿੰਦਰ ਨ ਬਹਿਣ ਉਚਾਰੇ, ਹਮਕੋ ਫਲ ਦੇਹੁ ਮਧੁਰ ਆਹਾਰੇ। ਮਛਿੰਦਰ ਜੋਗੀ ਨੇ ਕਿਹਾ, ਕਹਿਣ ਇੱਕ ਸਾਡੀ ਇੱਛਾ ਹੈ, ਨਾਨਕ ਜੀ ਫਲ ਹੀ ਮੰਗਾ ਦਿਓ। ਤੁਸੀਂ ਕਈ ਬੰਦਿਆਂ ਨੂੰ ਯਤਨ ਕਰੋਗੇ ਕਿ ਉਹਨਾਂ ਦੀ ਸੇਵਾ ਕੀਤੀ ਜਾਏ, ਉਹਨਾਂ ਨੂੰ ਖੁਸ਼ ਕੀਤਾ ਜਾਏ, ਉਹਨਾਂ ਦੀ ਖਾਤਰ ਜਮਾ ਕੀਤੀ ਜਾਏ, ਉਹਨਾਂ ਦੀ ਤਸੱਲੀ ਕਰਾਈ ਜਾਏ। ਪਰ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਹੁੰਦੇ ਹੀ ਨਹੀਂ। ਤੁਸੀਂ ਉਹਨਾਂ ਲਈ ਜੋ ਮਰਜ਼ੀ ਕਰੀ ਜਾਓ। ਜਿਵੇਂ ਆਪਾਂ ਰਾਜਨੀਤਿਕ ਲੋਕਾਂ ਦੇ ਜੀਵਨ ਵਿੱਚ ਵੇਖਦੇ ਹਾਂ ਕਿ ਉਹ ਲੋਕ ਕਦੇ ਵੀ ਆਪਣੇ ਵਿਰੋਧੀ ਤੋਂ ਖੁਸ਼ ਨਹੀਂ ਹੁੰਦੇ। ਉਹਨਾਂ ਨੇ ਅਗਲੀ ਤੋਂ ਅਗਲੀ ਗੱਲ ਕਰੀ ਜਾਣੀ ਹੁੰਦੀ ਹੈ। ਇਹ ਜਿਹੜੇ ਸਿੱਧ ਜੋਗੀ ਸਨ ਕਿੱਥੋਂ ਤੁਰੇ? ਜੇ ਅੱਗ ਮੰਗੀ ਤੇ ਨਹੀਂ ਦਿੱਤੀ, ਫਿਰ ਕਹਿਣ ਲੱਗੇ ਜੀ ਗੰਗਾ ਮੰਗਾਓ ਜੀ, ਅਸੀਂ ਇਸ਼ਨਾਨ ਕਰਨਾ ਹੈ ਜੀ। ਫਿਰ ਆਪ ਅੱਗ ਦੀ ਲੋੜ ਪਈ ਤੇ ਗੁਰੂ ਗੋਰਖ ਦੀਆਂ ਖੜਾਵਾਂ ਤੇ ਮੁਦਰਾ ਵੀ ਲਿਆ ਕੇ ਗੁਰੂ ਜੀ ਦੇ ਅੱਗੇ ਮੱਥਾ ਟੇਕ ਦਿੱਤੀਆਂ। ਹੁਣ ਫਿਰ ਕਹਿਣ ਲੱਗੇ, ਕਹਿੰਦੇ ਜੀ ਫਲ ਖਵਾਓ, ਕੋਈ ਫਰੂਟ ਖਵਾਓ। ਮਛਿੰਦਰ ਜੋਗੀ ਨੇ ਇੱਛਾ ਪ੍ਰਗਟ ਕੀਤੀ ਹੈ, ਹਮਕੋ ਫਲ ਦਿਓ ਮਧੁਰ ਆਹਾਰੇ। ਫਲ ਦਿਓ ਤੇ ਮਿੱਠਾ ਹੋਵੇ। ਇਹ ਜ਼ਰੂਰੀ ਨਹੀਂ ਸਾਰੇ ਫਲ ਮਿੱਠੇ ਹੋਣ। ਫਲ ਹੋਣਾ ਕਿਸੇ ਵੀ ਪੌਦੇ ਦਾ ਇਹ ਲਾਜ਼ਮੀ ਹੈ। ਫੁੱਲ ਤੋਂ ਬਾਅਦ ਫਲ ਲੱਗਦੇ ਨੇ, ਕਿਉਂਕਿ ਫਲ ਕਾਰਨ ਫੂਲੀ ਬਨ ਰਾਏ। ਜਿੰਨੀ ਬਨਸਪਤੀ ਫੁੱਲਦੀ ਹੈ ਉਹਦੀ ਅਗਲੀ ਮੰਜ਼ਿਲ ਹਮੇਸ਼ਾ ਫਲ ਹੁੰਦੇ ਨੇ। ਹੁਣ ਸਿਮਲ ਵਰਗਾ ਰੁੱਖ ਹੈ, ਫਲ ਫਿੱਕੇ, ਪੱਤ ਬੱਕ ਬਕੇ। ਫੁੱਲ ਫਿੱਕੇ, ਫਲ ਬੱਕ ਬਕੇ। ਉਹਨਾਂ ਦੇ ਫੁੱਲ ਫਿੱਕੇ ਹੁੰਦੇ ਨੇ ਤੇ ਫਲ ਜਿਹੜੇ ਨੇ ਉਹ ਬਿਲਕੁਲ ਹੀ ਬੇਸਵਾਦੇ ਹੁੰਦੇ ਨੇ। ਜਿਵੇਂ ਅੱਕਾਂ ਦੀਆਂ ਅੰਬਾਕੜੀਆਂ ਨੇ, ਵੇਖਣ ਨੂੰ ਤਾਂ ਅੰਬ ਵਰਗੀਆਂ ਨੇ, ਖਾਓਗੇ ਕੱਢੋਗੇ ਤੇ ਨਿਰੀ ਜ਼ਹਿਰ ਹੈ। ਕਹਿਣ ਲੱਗੇ ਜੀ ਫਲ ਚਾਹੀਦੇ ਨੇ ਮਿੱਠੇ ਹੋਣ ਖਾਣ ਵਾਸਤੇ। ਹਾਂਜੀ। ਬੈਠੇ ਰਹੋ ਨਾ ਕਿਤਹੂੰ ਜਾਈ, ਦੇਖੈ ਸ਼ਕਤ ਜੇ ਦੇਹੈ ਖਵਾਈ। ਆਖਿਆ ਮਛਿੰਦਰ ਜੋਗੀ ਨੇ, ਕਹਿਣ ਲੱਗਾ ਜੀ ਅਸੀਂ ਇੱਥੇ ਹੀ ਬੈਠੇ ਰਵਾਂਗੇ, ਜਾਣਾ ਅਸੀਂ ਕੋਈ ਨਹੀਂ ਹੈ। ਅਸੀਂ ਵੇਖਦੇ ਹਾਂ ਨਾਨਕ ਜੀ ਤੁਹਾਡੇ ਵਿੱਚ ਕੀ ਇਹ ਸ਼ਕਤੀ ਹੈ ਕਿ ਸਾਨੂੰ ਤੁਸੀਂ ਇੱਥੇ ਬੈਠੇ ਬੈਠੇ ਹੀ ਫਲ ਮੰਗਾ ਕੇ ਖਵਾ ਦਿਓ। ਮੈਂ ਹਮੇਸ਼ਾ ਹੀ ਬੇਨਤੀ ਕਰਦਾ, ਇਹ ਈਸਾਈਆਂ ਵਿੱਚ ਵੀ ਹੈ, ਇਹ ਮੁਸਲਮਾਨਾਂ ਵਿੱਚ ਵੀ ਹੈ, ਸਨਾਤਨ ਮਤ ਵਾਲਿਆਂ ਵਿੱਚ ਵੀ ਹੈ, ਤਾਂ ਜੇ ਇਉਂ ਕਹਿ ਲਈਏ ਸਾਡੇ ਵਿੱਚ ਵੀ ਹੈ ਕਿ ਅਸੀਂ ਕਰਾਮਾਤਾਂ ਤੋਂ ਬੜੇ ਪ੍ਰਭਾਵਿਤ ਹੁੰਦੇ, ਸ਼ਕਤੀਆਂ ਤੋਂ ਬੜੇ ਪ੍ਰਭਾਵਿਤ ਹੁੰਦੇ ਆ। ਜਿਹੜਾ ਆਦਮੀ ਆਮ ਜਨ ਸਧਾਰਨ ਜ਼ਿੰਦਗੀ ਜਿਉਂਦਾ ਹੈ ਉਹਦੇ ਮਗਰ ਕੋਈ ਨਹੀਂ ਤੁਰਦਾ, ਉਹਦੇ ਕੋਲ ਵੀ ਕੋਈ ਨਹੀਂ ਬਹਿੰਦਾ। ਤੇ ਜਿਹੜਾ ਇਧਰ ਦੇ ਉਧਰ ਦੇ ਜਗਾੜ ਕਰੇ ਉਹਦੇ ਕੋਲ ਭੀੜ ਲੱਗੀ ਰਹਿੰਦੀ ਹੈ। ਧਰਮ ਦੀ ਦੁਨੀਆ ਵਿੱਚ ਵੀ ਇਦਾਂ ਹੀ ਹੈ। ਜਿਹੜਾ ਓਮੀ ਸਾਧ ਹੈ ਉਹ ਇਕੱਲਾ ਹੀ ਝੁੱਗੀ 'ਚ ਬੈਠਾ ਹੁੰਦਾ ਹੈ, ਤੇ ਜਿਹੜੇ ਇਦਾਂ ਦੇ ਹੁੰਦੇ ਨੇ ਉਹਨਾਂ ਦੇ ਕੋਲ ਹਮੇਸ਼ਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਹੁਣ ਇਹ ਕਹਿਣ ਲੱਗੇ ਜੀ ਅਸੀਂ ਤੁਹਾਡੀ ਇਹ ਸ਼ਕਤੀ ਵੇਖਣੀ ਹੈ ਕਿ ਕੀ ਤੁਸੀਂ
ਦੇਖੈ ਸ਼ਕਤ ਜੇ ਦੇਹੇ ਖਵਾਈ। ਨਾਨਕ ਤੇਰੀ ਸ਼ਕਤੀ ਵੇਖਣੀ ਵੀ ਕੀ ਸਾਨੂੰ ਇੱਥੇ ਬੈਠੇ ਬੈਠੇ ਕੀ ਤੂੰ ਕੋਈ ਸਾਨੂੰ ਮਿੱਠਾ ਫਲ ਖਵਾਵੇਂਗਾ। ਹਾਂਜੀ। ਫੇ ਨਲ ਕੋ ਤਰ ਤਹ ਹੋ ਤੋ ਤਬ ਹੀ ਗੁਰ ਸਿੱਧ ਮਾਹੇ। ਇਹ ਕਥਾ ਰੀਠਾ ਸਾਹਿਬ ਦੀ ਹੈ। ਨਾਨਕ ਮੱਤਾ ਸਾਹਿਬ ਤੋਂ ਥੋੜੀ ਦੂਰ ਹੈ। ਜਿੱਥੇ ਸਤਿਗੁਰੂ ਬੈਠੇ ਸਨ ਉੱਥੇ ਰੀਠੇ ਦਾ ਇੱਕ ਪੇੜ ਸੀ, ਦਰਖਤ ਸੀ, ਫੇਨਲ, ਉਹਨੂੰ ਫੇਨਲ ਕਹਿੰਦੇ ਨੇ। ਫੇਨਲ ਕੋ ਤਰ ਤਾਹੇ ਹੋਤੋ ਤਬ ਹੀ ਗੁਰ ਸਿੱਧ ਮਾਹੇ। ਸਤਿਗੁਰੂ ਪਿਤਾ ਜੀ ਨੇ ਵੇਖਿਆ ਕਿ ਹੋਰ ਤੇ ਕੋਈ ਫਲ ਦੇਣ ਵਾਲਾ ਲਾਗੇ ਕੋਈ ਪੇੜ ਹੈ ਨਹੀਂ, ਕਿਉਂਕਿ ਪਿੱਪਲ ਨੂੰ ਕੋਈ ਫਲ ਲੱਗਦੇ ਨਹੀਂ, ਗੋਲਾਂ ਜੀਆਂ ਲੱਗਦੀਆਂ ਨੇ। ਹਾਂਜੀ। ਇੱਕ ਟਹਿਨੋ ਪ੍ਰਭ ਕੀ ਦਿਸ਼ਾ ਇੱਕ ਸਿੱਧਨ ਦਿਸ਼ ਆਹੇ। ਇਹ ਜਿਹੜਾ ਰੀਠੇ ਦਾ ਪੇੜ ਸੀ, ਇਹ ਤਕਰੀਬਨ ਜਿੱਥੇ ਸਿੱਧ ਤੇ ਗੁਰੂ ਨਾਨਕ ਸਾਹਿਬ ਬੈਠੇ ਸਨ ਇਹ ਵਿਚਕਾਰ ਸੀ। ਇੱਕ ਟਾਹਣਾ ਸਿੱਧਾਂ ਵਾਲੇ ਪਾਸੇ ਨੂੰ ਵਧਿਆ ਹੋਇਆ ਸੀ, ਦੂਜਾ ਟਾਹਣਾ ਉਹਦਾ ਦੂਜੀ ਵੱਡੀ ਸ਼ਾਖਾ ਉਹਦੀ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੇ ਪਾਸੇ ਵਧੀ ਹੋਈ ਸੀ। ਹਾਂਜੀ। ਟਹਿਨੋ ਆਪਣੀ ਦਿਸ਼ ਕੋ ਜੋ ਸ਼੍ਰੀ ਗੁਰ ਪਿਖ ਮਦਰੋ ਕੀਏ ਸੋ। ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਸ ਪੇੜ ਵੱਲ, ਦਰਖਤ ਵੱਲ, ਰੀਠੇ ਵੱਲ ਵੇਖਿਆ ਤੇ ਜਿਹੜਾ ਗੁਰੂ ਜੀ ਦੇ ਵਾਲੇ ਪਾਸੇ ਦਾ ਟਾਹਣਾ ਸੀ, ਵੱਡੀ ਸ਼ਾਖਾ ਸੀ, ਉਹਨੂੰ ਜਿੰਨੇ ਰੀਠੇ ਲੱਗੇ ਸਨ ਉਹ ਮਿੱਠੇ ਹੋ ਗਏ। ਹੁਣ ਇਹ ਮਤ ਸੋਚਣਾ ਵੀ ਰੀਠੇ ਮਿੱਠੇ ਹੁੰਦੇ ਨੇ, ਨਾ, ਮਿੱਠੀ ਤਾਂ ਗੁਰੂ ਦੀ ਨਜ਼ਰ ਹੈ, ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਵਿੱਚ ਤੁਹਾਨੂੰ ਹਰ ਚੀਜ਼ ਮਿੱਠੀ ਲੱਗ ਸਕਦੀ ਹੈ। ਇਹ ਕਥਾ ਆਪਾਂ ਸੁਣ ਬੈਠੇ ਹਾਂ। ਭਾਈ ਮਰਦਾਨੇ ਨੇ ਕਿਹਾ, ਬਾਬਾ ਮੈਨੂੰ ਭੁੱਖ ਲੱਗੀ ਹੈ, ਮੈਂ ਇਹ ਫਲ ਤੋੜ ਕੇ ਖਾ ਲਵਾਂ। ਸਤਿਗੁਰਾਂ ਨੇ ਕਿਹਾ, ਭਾਈ ਖਾ ਲੈ, ਪਰ ਮਰਦਾਨਿਆਂ ਲਾਲਚ ਨਾ ਕਰੀ, ਪੱਲੇ ਨਾ ਬੰਨੀ। ਭਾਈ ਮਰਦਾਨੇ ਨੇ ਪੱਲੇ ਵੀ ਬੰਨ ਲਏ ਵੀ ਭੁੱਖ ਤੇ ਮੈਨੂੰ ਲੱਗਣੀ ਹੈ, ਤੇ ਫਿਰ ਬਾਬੇ ਨੂੰ ਕਵਾਂਗਾ ਵੀ ਬਾਬਾ ਭੁੱਖ ਲੱਗੀ ਹੈ, ਜਦੋਂ ਭੁੱਖ ਲੱਗੇਗੀ ਹੌਲੀ ਹੌਲੀ ਪੱਲੇ ਚੋਂ ਕੱਢ ਕੇ ਖਾਈ ਜਾਵਾਂਗਾ। ਬੱਚੇ ਦੋ ਤਰ੍ਹਾਂ ਖਾਂਦੇ ਨੇ ਨਾ, ਇੱਕ ਮਾਂ ਪਿਓ ਦੇ ਸਾਹਮਣੇ ਖਾਂਦੇ ਨੇ, ਇੱਕ ਚੀਜ਼ ਲੁਕੋ ਕੇ ਰੱਖ ਲੈਂਦੇ ਨੇ, ਉਹ ਫਿਰ ਅੰਦਰ ਵੜਦੇ, ਫਿਰ ਹੌਲੀ ਹੌਲੀ ਖਾਂਦੇ ਰਹਿੰਦੇ ਨੇ। ਹਾਲਾਂਕਿ ਮਾਂ ਬਾਪ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ, ਪਰ ਉਹਨਾਂ ਨੂੰ ਬੱਚਿਆਂ ਦੀਆਂ ਇਹ ਖੇਡਾਂ ਵੀ ਚੰਗੀਆਂ ਲੱਗਦੀਆਂ ਨੇ, ਕਿਉਂਕਿ ਇਹ ਮਾਂ ਬਾਪ ਨੂੰ ਵੀ ਪਤਾ ਹੁੰਦਾ ਵੀ ਜਦੋਂ ਇਹ ਵੱਡੇ ਹੋ ਗਏ ਫਿਰ ਇਹਨਾਂ ਲੁਕੋ ਲੁਕੋ ਕੇ ਚੀਜ਼ਾਂ ਨਹੀਂ ਖਾਣੀਆਂ, ਤੇ ਛੋਟੇ ਇਹਨਾਂ ਨੇ ਮੁੜ ਕੇ ਹੋ ਨਹੀਂ ਸਕਣਾ। ਜਿਹੜੀਆਂ ਅਸੀਂ ਗੱਲਾਂ ਬਚਪਨ ਵਿੱਚ ਕੀਤੀਆਂ ਨੇ, ਵੱਡੇ ਹੋ ਕੇ ਅਸੀਂ ਕਰ ਹੀ ਨਹੀਂ ਸਕਦੇ, ਤੇ ਬਚਪਨ ਮੁੜ ਕੇ ਮਿਲ ਨਹੀਂ ਸਕਦਾ। ਭਾਈ ਮਰਦਾਨੇ ਨੇ ਫਲ ਪੱਲੇ ਬੰਨ ਲਏ, ਪਰ ਜਦੋਂ ਰਾਹ 'ਚ ਤੁਰੇ ਜਾਂਦੇ ਨੇ ਹੌਲੀ ਜੀ ਫਲ ਕੱਢ ਕੇ ਮੂੰਹ 'ਚ ਪਾਇਆ ਤੇ ਕੌੜਾ। ਉਹਨਾਂ ਕਿਹਾ ਚਲੋ ਇੱਕ ਕੌੜਾ ਹੋਏਗਾ, ਦੂਜਾ ਕੱਢ ਕੇ ਪਾਇਆ ਉਹ ਵੀ ਕੌੜਾ, ਤੀਜਾ ਮੂੰਹ 'ਚ ਪਾਇਆ ਉਹ ਵੀ ਕੌੜਾ। ਫਿਰ ਹੱਥ ਜੋੜ ਕੇ ਗਿਆ ਵੀ ਬਾਬਾ ਹੈ ਤੇ ਮੇਰੀ ਗਲਤੀ ਹੈ, ਪਰ ਮੈਨੂੰ ਸਮਝਾ ਤੇ ਦੇ। ਉੱਥੇ ਫਲ ਖਾਦੇ ਤੇ ਮਿੱਠੇ ਸੀ, ਇੱਥੇ ਹੁਣ ਖਾਣਾ ਪੱਲੇ 'ਚੋਂ ਕੱਢ ਕੇ ਤੇ ਕੌੜੇ ਨੇ। ਤੇ ਸਤਿਗੁਰਾਂ ਆਖਿਆ ਸੀ, ਮਰਦਾਨਿਆਂ ਮਠਾਸ ਫਲਾਂ ਵਿੱਚ ਨਹੀਂ ਹੈ, ਮਠਾਸ ਤੇ ਗੁਰੂ ਦੇ ਬਚਨਾਂ ਵਿੱਚ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਸੀ, ਆਖਿਆ ਸੀ ਭਾਈ ਜੇ ਆਵੇ ਨਹੀਂ ਪੱਕਦੇ ਲੰਗਰ ਛਕਾਓ, ਆਵੇ ਪੱਕ ਜਾਣਗੇ। ਇੱਕ ਵਾਰੀ ਫੇਰ ਨਹੀਂ ਪੱਕੇ, ਆਖਿਆ ਮੁੜ ਕੇ ਲੰਗਰ ਛਕਾਓ, ਦੂਜੀ ਵਾਰੀ ਛਕਾਏ, फिर कच्चे रह गए। आके क्या महाराज
ਪੀਲੀਆਂ ਰਹਿ ਗਈਆਂ ਇੱਟਾਂ। ਇਹ ਘਟਨਾ ਹੋਈ ਹੈ। ਇੱਕ ਸਿੱਖ ਬਾਹਰ ਰਹਿ ਗਿਆ ਸੀ। ਸਾਰੀ ਸੰਗਤ ਨੇ ਅਰਦਾਸ ਕੀਤੀ ਆਵੇ ਪੱਕ ਜਾਣ, ਪਰ ਜਿਹੜਾ ਲਾਹੌਰ ਵਾਲਾ ਕਮਲੀ ਹੈ ਉਹਨੇ ਕਿਹਾ ਸੀ ਬੁੱਧੂ ਦੇ ਆਵੇ ਨਹੀਂ ਪੱਕਣੇ, ਤੇ ਮਹਾਰਾਜ ਇੱਟਾਂ ਪਿੱਲੀਆਂ ਰਹਿ ਗਈਆਂ। ਸਤਿਗੁਰੂ ਕਹਿੰਦੇ ਕੋਈ ਨਹੀਂ, ਪਿੱਲੀਆਂ ਵੀ ਭਾਈ ਪੱਕੀਆਂ ਦੇ ਭਾਅ ਵਿਕ ਜਾਣਗੀਆਂ, ਲਾਲ ਇੱਟਾਂ ਦੇ ਭਾਅ ਵਿਕ ਜਾਣਗੀਆਂ, ਵਿਕ ਗਈਆਂ। ਇਹ ਗੱਲ ਗੁਰਦੁਆਰੇ ਆਉਂਦਿਆਂ ਸਮਝਣ ਦੀ ਲੋੜ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ, ਪੈਸਾ ਵਪਾਰ ਵਿੱਚ ਨਹੀਂ ਹੈ, ਪੈਸਾ ਤਾਂ ਤੁਹਾਡੇ ਭਾਗਾਂ 'ਚ ਹੈ। ਜਿਹਦੇ ਭਾਗਾਂ 'ਚ ਪੈਸਾ ਹੈਗਾ ਵੇਖ ਲਓ ਤੁਸੀਂ, ਉਹਦੇ ਭੁੰਨੇ ਦਾਣੇ ਵੀ ਉੱਗੀ ਜਾਂਦੇ ਨੇ। ਨਹੀਂ ਤੇ ਕਦੇ ਸੁਣਿਆ ਨਹੀਂ ਹੋਏਗਾ ਤੁਸੀਂ ਕਿ ਭੱਠੀ ਵਿੱਚ ਦਾਣੇ ਭੁੰਨ ਲੈ ਜਾਣ ਤੇ ਮੁੜ ਕੇ ਬੀਜੀਏ ਤੇ ਉਹ ਫਿਰ ਉੱਗ ਪੈਣ, ਰੁੱਗ ਪੈਂਦੇ ਨੇ। ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਜਿਹੜਾ ਰੀਠੇ ਦਾ ਆਪਣੇ ਵਾਲਾ ਪਾਸਾ ਸੀ, ਗੁਰੂ ਜੀ ਨੇ ਉਸ ਪਾਸੇ ਨੂੰ ਲੱਗੇ ਰੀਠੇ ਸਾਰੇ ਮਿੱਠੇ ਕਰ ਦਿੱਤੇ। ਹਾਂਜੀ। ਟੂਟੇ ਫਲ ਤਜ ਕਰ ਤਰ ਡਾਰੀ, ਭਰੇ ਮਸ਼ਿੰਦਰ ਕੇਰ ਅਗਾਰੀ। ਨਾਲ ਹੀ ਗੁਰੂ ਦੀ ਕਿਰਪਾ ਹੋਈ। ਜਿਵੇਂ ਹੀ ਸਤਿਗੁਰੂ ਜੀ ਨੇ ਉਸ ਟਾਣੇ ਵੱਲ ਤੱਕਿਆ, ਜਿਹੜੀਆਂ ਫਲ ਵਾਲੀਆਂ ਸ਼ਾਖਾ ਸੀ ਉਹ ਟੁੱਟੀਆਂ ਤੇ ਮਸ਼ਿੰਦਰ ਜੋਗੀ ਦੇ ਅੱਗੇ ਜਾ ਡਿੱਗੀਆਂ। ਐਸੀ ਗੁਰੂ ਪਿਤਾ ਮਹਾਰਾਜ ਦੀ ਕਲਾ ਵਰਤੀ ਹੈ। ਹਾਂਜੀ। ਫਲ ਬਲੋਕ ਕੈ ਹਾਥ ਉਚਾਏ, ਸਾਧ ਮਧੁਰ ਅਤ ਖਾਇਓ ਪਾਏ। ਫਲ ਬਲੋਕ ਕੈ ਮਦ ਹਾਥ ਉਚਾਏ, ਫਲ ਵੇਖੇ ਹੱਥ ਉੱਚੇ ਕੀਤੇ। ਸਾਧ ਮਦਰ ਅਤ ਪਾਇਓ ਖਾਏ। ਮਸ਼ਿੰਦਰ ਜੋਗੀ ਕਹਿਣ ਲੱਗਾ ਜੀ ਮਿੱਠੇ ਨੇ, ਨਹੀਂ ਤੇ ਰੀਠੇ ਮਿੱਠੇ ਹੁੰਦੇ ਨਹੀਂ। ਕਹਿਣ ਲੱਗਾ ਜੀ ਬੜੇ ਮਿੱਠੇ ਨੇ ਤਾਂ। ਹਾਂਜੀ। ਤਬ ਸਿੱਧਨ ਸੋ ਗਿਰਾ ਉਚਾਰੀ, ਇਹ ਫਲ ਕਉਰੇ ਹੁਤੇ ਅਗਾਰੀ। ਸਤਿਗੁਰੂ ਜੀ ਕਹਿਣ ਲੱਗੇ ਸਿੱਧ ਜਨੋ, ਇਹ ਫਲ ਜਨਮ ਸਿੱਧ ਮਿੱਠੇ ਨਹੀਂ ਹੁੰਦੇ। ਇਹ ਫਲ ਪਹਿਲਾਂ ਕੌੜੇ ਸਨ, ਜਦੋਂ ਇਹ ਪੇੜ ਨੂੰ ਲੱਗੇ ਨੇ, ਜਦੋਂ ਰੀਠੇ ਦੇ ਪੇੜ ਨੂੰ ਰੀਠੇ ਲੱਗੇ ਨੇ ਤਾਂ ਰੀਠੇ ਕੌੜੇ ਸਨ। ਹਾਂਜੀ। ਅਬ ਅਤ ਮਧੁਰ ਸਾਧ ਕੇ ਮਾਹੀ, ਖਾਵਤ ਤਿਆਗੇ ਜਾਵਤ ਨਾਹੀ। ਆ ਵੇਖੋ ਹੁਣ ਤੁਸੀਂ ਇਹ ਕਿੰਨੇ ਮਿੱਠੇ ਹੋ ਗਏ ਨੇ। ਇੰਨੇ ਮਿੱਠੇ ਨੇ ਕਿ ਤੁਹਾਡਾ ਜੀ ਕਰਦਾ ਬਾਰ-ਬਾਰ ਅਸੀਂ ਇਹ ਮਿੱਠੇ ਫਲ ਹੋਰ ਖਾਈਏ, ਹੋਰ ਖਾਈਏ, ਹੋਰ ਰੀਠੇ ਖਾਈਏ। ਹਾਂਜੀ। ਸੋਨ ਸਿੱਧ ਕਿਤਕ ਚੜੇ ਤਰ ਤਾਹੀ, ਪਰਖਣ ਹੇਤ ਫਲਨ ਕਰ ਚਾਹੀ। ਸਿੱਧ ਜੋਗੀਆਂ ਨੇ ਕਿਹਾ ਕਿ ਨਹੀਂ, ਇਹਦੇ ਵਿੱਚ ਨਾਨਕ ਦੀ ਕੋਈ ਕਰਾਮਾਤ ਨਹੀਂ ਹੈ, ਇਹਦੇ 'ਚ ਗੁਰੂ ਨਾਨਕ ਦੀ ਕੀ ਸ਼ਕਤੀ ਹੈ। ਇਹ ਤਾਂ ਰੀਠੇ ਦਾ ਪੇੜ ਸੀ ਤੇ ਰੀਠੇ ਪੇੜ ਨੂੰ ਲੱਗੇ ਸੀ, ਤੇ ਉਹ ਜਦੋਂ ਇਹਨਾਂ ਨੇ ਸਾਨੂੰ ਤੋੜ ਕੇ ਦਿੱਤੇ ਨੇ ਤੇ ਉਹ ਮਿੱਠੇ ਤੇ ਸੁਭਾਵਕ ਹੀ ਸਨ। ਉਹਦੇ ਵਿੱਚ ਇਹਨਾਂ ਨੇ ਕੋਈ ਮਠਾਸ ਥੋੜਾ ਘੋਲੀ ਹੈ ਕੋਈ, ਉਹ ਰਿਸ ਖਾ ਕੇ ਉੱਠ ਪਏ। ਥੋੜੇ ਜਿਹੇ ਤਨਜ ਵਿੱਚ ਆ ਕੇ ਉੱਠੇ ਨੇ ਕਿ ਅਸੀਂ ਨਾਨਕ ਜੀ ਨੂੰ ਉੱਤੋਂ ਤੋੜ ਕੇ ਦੱਸਦੇ ਹਾਂ ਵੀ ਆ ਸਾਰੇ ਮਿੱਠੇ ਨੇ, ਕੋ ਤੁਸੀਂ ਵੱਖਰੇ ਮਿੱਠੇ ਕੀਤੇ ਨੇ ਕੋਈ। ਹਾਂਜੀ। ਆਪਣੀ ਦਿਸ਼ ਟਹਿਣੀ ਫਲ ਜੋ, ਤੋਰ ਤੋਰ ਖਾਏ ਜਬ ਸੋ। ਆਪਣੀ ਦਿਸ਼ ਟਹਿਣੀ ਫਲ ਜੋ, ਆਪਣੀ ਦਿਸ਼ਾ ਵਾਲੇ ਪਾਸੇ ਉਹਨਾਂ ਨੇ ਦਰਖਤ ਤੇ ਚੜ੍ਹ ਕੇ ਵੇਖਿਆ ਜਿਹੜੀਆਂ ਸ਼ਾਖਾ ਜਿਹੜੀਆਂ ਟਹਿਣੀਆਂ ਨੂੰ ਰੀਠੇ ਲੱਗੇ ਸਨ। ਹਾਂਜੀ।
ਅਤ ਕਉਰੇ ਜੋ ਜਾਏ ਨ ਖਾਏ, ਮੁਖ ਮਹਿ ਪਾਏ ਹਿਰਦੈ ਪਛਤਾਏ। ਉਹ ਜਦੋਂ ਤੋੜ ਕੇ ਮੂੰਹ ਵਿੱਚ ਪਾਉਂਦੇ ਨੇ ਤਾਂ ਅਤ ਕੌੜੇ ਨੇ, ਇਤਨੇ ਕੌੜੇ ਹੋਏ ਕਿ ਅੰਦਰ ਲੰਘਾਉਣੇ ਔਖੇ ਹੋ ਗਏ। ਜਦੋਂ ਚੀਜ਼ ਬਹੁਤੀ ਕੌੜੀ ਹੋਏ ਤਾਂ ਫਿਰ ਤੁਹਾਨੂੰ ਉਹ ਸੁੱਟਣੀ ਪੈਂਦੀ ਹੈ। ਜਿਹੜੀ ਚੀਜ਼ ਅੰਦਰ ਨਹੀਂ ਨਿਗਲੀ ਜਾ ਸਕਦੀ ਉਹ ਤੁਹਾਨੂੰ ਅਖੀਰ ਮੁੜ ਵਾਪਸ ਧਰਤੀ ਦੇ ਉੱਪਰ ਉਸ ਨੂੰ ਥੁੱਕਣਾ ਪੈਂਦਾ ਹੈ। ਹਾਂਜੀ। ਸ਼੍ਰੀ ਪ੍ਰਭ ਬੋਲੇ ਹਮ ਦਿਸ਼ ਜੇਤੋ, ਮਦਰ ਦਿਓ ਕਰ ਸਗਰੋ ਤੇਤੋ। ਸਤਿਗੁਰੂ ਕਹਿਣ ਲੱਗੇ ਸਿੱਧ ਜਣੋ, ਹੈ ਤੇ ਸਾਰੇ ਹੀ ਕੌੜੇ ਸਨ, ਪਰ ਚਲੋ ਅਸੀਂ ਇਦਾਂ ਕੀਤਾ ਹੈ ਵੀ ਜਿਹੜੇ ਸਾਡੇ ਵਾਲੇ ਪਾਸੇ ਨੇ ਅਸੀਂ ਮਿੱਠੇ ਕਰ ਦਿੱਤੇ ਨੇ। ਜੇ ਤੁਸੀਂ ਖਾਣੇ ਨੇ ਤੇ ਸਾਡੇ ਵਾਲੇ ਪਾਸਿਓਂ ਤੋੜ ਕੇ ਖਾ ਲਓ। ਹਾਂਜੀ। ਆਪਣੀ ਦੇਸ਼ ਤੁਮ ਸਭ ਸਿੱਧ ਮਿਲ ਕੈ, ਮਦਰ ਲਿਹੋ ਕਰ ਖਾਹੋ ਸੋ ਛਿਲ ਕੈ। ਪਰ ਜੇ ਤੁਸੀਂ ਕਹੋ ਵੀ ਅਸੀਂ ਨਾਨਕ ਜੀ ਵਾਲੇ ਪਾਸੇ ਜਾ ਕੇ ਕਿਉਂ ਖਾਈਏ, ਜਦੋਂ ਸਾਡੇ ਵਾਲੇ ਪਾਸੇ ਵੀ ਰੀਠੇ ਲੱਗੇ ਹੋਏ ਨੇ, ਤੇ ਸਤਿਗੁਰੂ ਕਹਿਣ ਲੱਗੇ ਫਿਰ ਏਦਾਂ ਕਰੋ, ਰਲ ਮਿਲ ਕੇ ਕਰ ਲਓ ਮਿੱਠੇ। ਫਿਰ ਜੇ ਤੁਹਾਡੇ ਤੋਂ ਹੁੰਦੇ ਨੇ ਭਾਈ, ਅਸੀਂ ਤਾਂ ਮਿੱਠੇ ਕਰ ਲਏ ਆਪਣੇ ਵਾਲੇ ਪਾਸੇ ਦੇ, ਤੁਹਾਡੇ ਵਾਲਾ ਪਾਸਾ ਰਹਿ ਗਿਆ। ਜੇ ਤੁਹਾਡੇ ਤੋਂ ਮਿੱਠੇ ਹੁੰਦੇ ਨੇ ਤਾਂ ਕਰ ਲਓ, ਬਣਾ ਲਓ ਮਿੱਠੇ ਭਾਈ। ਹਾਂਜੀ। ਸੁਣ ਸਭ ਸਿੱਧਨ ਸ਼ਕਤ ਲਗਾਈ, ਮਦਰ ਨ ਭਏ ਰਹੇ ਕਰਿਆਈ। ਇਸ ਤਰ੍ਹਾਂ ਉਹਨਾਂ ਨੇ ਬੜਾ ਯਤਨ ਕੀਤਾ, ਬੜੀ ਸ਼ਕਤੀ ਲਾਈ, ਪਰ ਰੀਠੇ ਮਿੱਠੇ ਨਹੀਂ ਹੋਏ ਉਹਨਾਂ ਦੇ ਕੋਲੋਂ। ਉਹਨਾਂ ਦੇ ਸਾਰੇ ਯਤਨ ਜਿਹੜੇ ਸੀ ਉਹ ਵਿਅਰਥ ਚਲੇ ਗਏ, ਨਿਸਫਲ ਚਲੇ ਗਏ। ਹਾਂਜੀ। ਅਬ ਲਓ ਤੇਹ ਠਾਂ ਹੈ ਨਿਸ਼ਾਨੀ, ਅਰਧ ਮਧੁਰ ਅਰਦੈ ਕਰਵਾਨੀ। ਬਾਬਾ ਹਰਬੰਸ ਸਿੰਘ ਜੀ ਕਰ ਸੇਵਾ ਵਾਲੇ ਮਹਾਂਪੁਰਖਾਂ ਨੇ ਉੱਥੇ ਸੇਵਾ ਕੀਤੀ। ਸੇਵਾ ਅੱਜ ਵੀ ਉਹਨਾਂ ਤੋਂ ਵਰਸਾਏ ਬਾਬਾ ਜੀ ਕਰ ਰਹੇ ਨੇ। ਬੜੇ ਸਾਰੇ ਮਹਾਂਪੁਰਖ ਜਾਂ ਬੜੀਆਂ ਸਾਰੀਆਂ ਸੰਗਤਾਂ ਜਾਂਦੀਆਂ ਨੇ ਰੀਠਾ ਸਾਹਿਬ, ਇਹ ਵੀ ਯੂਪੀ ਵਿੱਚ ਸਥਾਨ ਹੈ, ਨਾਨਕ ਮੱਤਾ ਸਾਹਿਬ ਤੋਂ ਥੋੜਾ ਅੱਗੇ ਹੈ। ਤੇ ਉਹ ਲਿਆ ਕੇ ਪ੍ਰਸ਼ਾਦ ਦੇ ਰੂਪ ਵਿੱਚ ਰੀਠੇ ਦਿੰਦੀਆਂ ਵੀ ਨੇ। ਤੋ ਕਵੀ ਜੀ ਇੱਥੇ ਲਿਖਦੇ ਨੇ ਕਿ ਅੱਜ ਤੱਕ ਉਹ ਦਰਖਤ ਗੁਰੂ ਪਿਤਾ ਜੀ ਦਾ ਇਤਿਹਾਸ ਆਪਣੇ ਵਿੱਚ ਸਮੋ ਕੇ ਖਲੋਤਾ ਹੋਇਆ ਹੈ। ਅੱਜ ਵੀ ਉਹਦੇ ਅੱਧੇ ਰੀਠੇ ਮਿੱਠੇ ਨੇ, ਅੱਧੇ ਰੀਠੇ ਜਿਹੜੇ ਨੇ ਕੌੜੇ ਨੇ। ਹਾਂਜੀ। ਗੁਰ ਕੀ ਅੱਜ ਮਤ ਅਦਕ ਨਿਹਾਰੀ, ਜਰੀ ਨਾ ਜਾਏ ਜਰੈ ਉਰ ਭਾਰੀ। ਇਹਨਾਂ ਨੇ ਅਦਭੁਤ ਗੁਰੂ ਦੀ ਇਹ ਅਜ਼ਮਤ ਵੇਖੀ ਹੈ। ਹੁਣ ਇਸ ਤੋਂ ਵੱਡੀ ਅਦਭੁਤ ਗੱਲ ਕੀ ਹੋ ਸਕਦੀ, ਕੀ ਗੱਲ ਹੋ ਸਕਦੀ ਹੈ ਭਾਈ, ਕਿ ਇੱਕ ਦਰਖਤ ਹੋਵੇ, ਇੱਕ ਦਰਖਤ ਦੇ ਇੱਕ ਪਾਸੇ ਫਲ ਮਿੱਠੇ ਹੋਣ, ਇੱਕ ਪਾਸੇ ਫਲ ਕੌੜੇ ਹੋਣ। ਇਹ ਤੇ ਪ੍ਰਤੱਖ ਕਰਾਮਾਤ ਹੋ ਗਈ, ਸ਼ਕਤੀ ਹੋ ਗਈ ਭਾਈ। ਇਹ ਚੀਜ਼ ਉਹਨਾਂ ਸਿੱਧ ਜੋਗੀ ਲੋਕਾਂ ਨੇ ਵੇਖੀ ਹੈ, ਪਰ ਇਹ ਚੀਜ਼ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਈ। ਸਾਡੇ ਗੁਰੂ ਨੇ ਨਾ ਸਾਨੂੰ ਇੱਕ ਗੱਲ ਸਮਝਾਈ ਹੈ, ਸਿਖਾ ਕਦੇ ਵੀ ਆਪਣਾ ਸੁੱਖ ਤੇ ਦੁੱਖ ਕਿਸੇ ਨਾਲ ਸਾਂਝਾ ਨਾ ਕਰੀ। ਹੁਣ ਤੁਸੀਂ ਕਹੋਗੇ ਵੀ ਜੀ ਦੁੱਖ ਦੀ ਗੱਲ ਤੇ ਠੀਕ ਹੈ ਵੀ ਨਹੀਂ ਸਾਂਝੀ ਕਰਨੀ ਚਾਹੀਦੀ। ਆਪਣਾ ਅਗਰ ਅਸੀਂ ਝੱਗਾ ਚੁੱਕਾਂਗੇ ਤੇ ਆਪਣੇ ਹੀ ਪੇਟ ਦਾ ਭੇਦ ਬਾਹਰ ਆਏਗਾ ਨਾ, ਆਪਣਾ ਹੀ ਢਿੱਡ ਨੰਗਾ ਹੋਏਗਾ। ਪਰ ਸੁੱਖ ਦੱਸਣ ਵਿੱਚ ਕੀ ਹਰਜ ਹੈ। ਸਾਡੇ 'ਚ ਬੜੇ ਲੋਕ ਨੇ ਜਿਹੜੇ ਬੜੀਆਂ ਚੌੜਾ ਸਾੜ ਕੇ ਗੱਲਾਂ ਕਰਦੇ ਨੇ, ਸਾਡੇ ਕੋਲ ਆ ਜੀ, ਸਾਡੇ ਕੋਲ ਉਹ ਹੈ ਜੀ, ਸਾਡੇ ਕੋਲ ਆ ਹੈ ਜੀ। ਪਰ ਸ਼ਾਇਦ ਸਾਨੂੰ ਨਹੀਂ ਪਤਾ, ਦੁਨੀਆ ਤੁਹਾਡੇ ਦੁੱਖ ਵੇਖ ਕੇ ਕਦੇ ਵੀ ਨਹੀਂ ਸੜਦੀ, ਪਰ ਦੁਨੀਆ ਨੇ ਤੁਹਾਡੇ ਸੁੱਖ ਵੇਖ ਕੇ ਬਰਦਾਸ਼ਤ ਨਹੀਂ ਜੇ ਕਰਨੇ। ਇਸੇ ਕਰਕੇ ਗੁਰੂ ਜੀ ਨੇ ਆਖਿਆ ਸੀ ਵੀ ਜਦੋਂ ਵੀ ਦੁੱਖ ਸੁੱਖ ਦੀ ਗੱਲ ਕਰਨੀ ਆਪਣੇ ਵਾਹਿਗੁਰੂ ਨਾਲ ਕਰਨੀ, ਬੰਦਿਆਂ ਨਾਲ ਨਹੀਂ ਕਰਨੀ।
ਹੁਣ ਤੁਸੀਂ ਕਹੋਗੇ ਜੀ ਦੁੱਖ ਦੀ ਕਰੀਏ ਤੇ ਲੋਕ ਖੁਸ਼ ਨਹੀਂ ਹੁੰਦੇ, ਫਿਰ ਦੁੱਖ ਦੀ ਕਰ ਲੈਣੀ ਚਾਹੀਦੀ ਹੈ। ਵੀ ਇਹਦੀ ਕੌਣ ਈਰਖਾ ਕਰੇਗਾ, ਨਾ ਇਹ ਵੀ ਨਾ ਕਰਿਓ ਜੀ। ਕਿਸੇ ਨੂੰ ਇਹ ਨਾ ਕਿਹੋ ਕਿ ਮੈਨੂੰ ਨਾ ਮੁਰਾਦ ਬਿਮਾਰੀ ਲੱਗੀ ਹੈ, ਕੋਈ ਤੁਹਾਡਾ ਇਲਾਜ ਕਰਾਉਣ ਨਹੀਂ ਆਏਗਾ, ਪਰ 40-50 ਥਾਵਾਂ ਤੇ ਟੈਲੀਫੋਨ ਕਰਕੇ ਦੱਸੇਗਾ ਵੀ ਹੁਣ ਇਹਨੇ ਮਰ ਜਾਣਾ ਹੈ, ਬਿਮਾਰੀ ਬੜੀ ਭਿਆਨਕ ਲੱਗੀ ਇਹਨੂੰ। ਤੁਸੀਂ ਕਿਸੇ ਨੂੰ ਆਪਣਾ ਦੁੱਖ ਦੱਸ ਕੇ ਵੇਖਿਓ, ਕਿਸੇ ਨੂੰ ਕਿਉਂ ਮੈਨੂੰ ਘਾਟਾ ਪੈ ਗਿਆ। ਕੋਈ ਬੰਦਾ ਤੁਹਾਡੇ ਪੈਸੇ ਲੈ ਕੇ ਨਹੀਂ ਆਏਗਾ, ਕੋਈ ਫਾਈਨੈਂਸ਼ੀਅਲੀ ਤੁਹਾਡੀ ਮਦਦ ਨਹੀਂ ਕਰੇਗਾ, ਪਰ 150 ਫੋਨ ਆਸੇ-ਪਾਸੇ ਕਰੇਗਾ ਕਿ ਬੰਦਾ ਜੀ ਹੁਣ ਫਸ ਗਿਆ, ਤੇ ਵੇਖਿਓ ਕਿਤੇ ਪੈਸੇ ਨਾ ਫਸਾ ਲਿਓ ਜੇ ਆਪਣੇ। ਇਸ ਕਰਕੇ ਦੋਵੇਂ ਹੀ ਸਟੇਜਾਂ ਜਿਹੜੀਆਂ ਨੇ, ਅਵਸਥਾਵਾਂ ਜਿਹੜੀਆਂ ਨੇ, ਇਹ ਗੁਰੂ ਜੀ ਦਾ ਬਚਨ ਸੀ। ਪਤਾ ਨਹੀਂ ਅਸੀਂ ਮੰਨਿਆ ਜਾਂ ਨਹੀਂ ਮੰਨਿਆ ਕਿ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਵਾਹਿਗੁਰੂ ਮੈਂ ਦੁੱਖ ਵੀ ਤੈਨੂੰ ਹੀ ਦੱਸਦਾ, ਸੁੱਖ ਵੀ ਤੈਨੂੰ ਹੀ ਦੱਸਦਾ, ਕਿਉਂਕਿ ਦੋਵੇਂ ਚੀਜ਼ਾਂ ਦੁਨੀਆ ਬਰਦਾਸ਼ਤ ਨਹੀਂ ਕਰੇਗੀ। ਤੁਸੀਂ ਕਿਸੇ ਨੂੰ ਆਪਣੀ ਦੁੱਖ ਦੀ ਗੱਲ ਦੱਸਿਓ, ਕਦੇ ਢਿੱਡ 'ਚ ਨਹੀਂ ਲੁਕੋਏਗਾ, ਡੌਂਡੀ ਪਿੱਟੇਗਾ। ਤੇ ਸੁੱਖ ਦੀ ਗੱਲ ਤੇ ਵੈਸੇ ਲੋਕਾਂ ਨੂੰ ਨਹੀਂ ਪਾਉਂਦੀ। ਇਹ ਜਿਹੜੇ ਸਿੱਧ ਜੋਗੀ ਸਨ, ਹਾਲਾਂਕਿ ਫਲ ਮਿੱਠੇ ਖਾ ਲੈ, ਹੋਰ ਈਰਖਾ ਵਿੱਚ ਭਰ ਗਿਆ। ਤੇ ਈਰਖਾ ਕਾਹਦੀ ਹੈ? ਈਰਖਾ ਇਸੇ ਚੀਜ਼ ਦੀ ਹੈ। ਈਰਖਾ ਕੱਲ ਪਰਸੋਂ ਵੀ ਆਪਾਂ ਨੇ ਕਥਾ ਦੇ ਵਿੱਚ ਇਹਦਾ ਜ਼ਿਕਰ ਕੀਤਾ ਸੀ। ਇਹ ਬੜੀ ਮਾੜੀ ਹੈ, ਪਰ ਇਹ ਹੁੰਦੀ ਕਦੋਂ ਹੈ? ਜਦੋਂ ਕੋਈ ਬੰਦਾ ਤੁਹਾਡੇ ਤੋਂ ਅੱਗੇ ਲੰਘਦਾ ਹੈ। ਕਦੇ ਤੁਸੀਂ ਆਪਣੇ ਤੋਂ ਮਗਰ ਰਹਿਣ ਵਾਲੇ ਨਾਲ ਈਰਖਾ ਨਹੀਂ ਕਰੋਗੇ। ਤੁਸੀਂ ਗੱਡੀ ਭਜਾ ਰਹੇ ਹੋ, ਜਿੰਨੀਆਂ ਕਾਰਾਂ ਪਿੱਛੇ ਰਹਿ ਰਹੀਆਂ ਨੇ, ਤੁਹਾਡੀ ਉਹਨਾਂ ਨਾਲ ਕੋਈ ਈਰਖਾ ਨਹੀਂ ਹੈ। ਪਰ ਜੇ ਮਗਰੋਂ ਕੋਈ ਹੋਰ ਆ ਗਿਆ, ਉਹਦੇ ਨਾਲ ਤੁਹਾਡੀ ਈਰਖਾ ਸ਼ੁਰੂ ਹੋ ਜਾਣੀ ਹੈ। ਉਸੇ ਵੇਲੇ ਤੁਸੀਂ ਉਹਦੀ ਬਰਾਬਰੀ ਲਈ ਤੁਸੀਂ ਵੀ ਗੱਡੀ ਭਜਾਉਣੀ ਸ਼ੁਰੂ ਕਰ ਦੇਣੀ ਹੈ। ਇਸ ਕਰਕੇ ਇਹ ਚੇਤਾ ਰੱਖਣਾ, ਈਰਖਾ ਆਪਣੇ ਤੋਂ ਛੋਟੇ ਨਾਲ ਕੋਈ ਵੀ ਨਹੀਂ ਕਰਦਾ, ਆਪਣੇ ਵੱਡੇ ਨਾਲ ਹੀ ਕਰਦਾ। ਆਪਣੇ ਤੋਂ ਪਿੱਛੇ ਰਹਿਣ ਵਾਲੇ ਨਾਲ ਕੋਈ ਨਹੀਂ ਕਰਦਾ, ਅੱਗੇ ਜਾਣ ਵਾਲੇ ਨਾਲ ਕਰਦਾ ਹੈ। ਇਹ ਤਾਂ ਜਿਹੜੇ ਸਿੱਧ ਜੋਗੀ ਲੋਕ ਸਨ, ਗੁਰ ਕੀ ਅਜਮਤ ਅਦਕ ਨਿਹਾਰੀ, ਜਰੀ ਨਾ ਜਾਏ ਜਰੇ ਉਰ ਭਾਰੀ। ਇਹਨਾਂ ਕੋਲੋਂ ਜਰੀ ਨਹੀਂ ਗਈ ਗੱਲ ਕਿ ਬਾਬੇ ਦੇ ਵਾਲੇ ਪਾਸੇ ਦੇ ਰੀਠੇ ਕਿਉਂ ਮਿੱਠੇ ਨੇ, ਸੜ ਗਏ, ਈਰਖਾ ਵਿੱਚ ਭਰ ਗਏ। ਹਾਂਜੀ। ਦਿਨ ਬੀਤਿਓ ਰਜਣੀ ਭੀ ਜਬ ਹੀ, ਮਿਲ ਕੈ ਛਲ ਕੀਨੋ ਇੱਕ ਤਬ ਹੀ। ਦਿਨ ਬਤੀਤ ਹੋ ਗਿਆ, ਰਾਤ ਆ ਗਈ ਤੇ ਇੱਕ ਛਲ ਕੀਤਾ। ਸਿੱਧ ਜੋਗੀ ਲੋਕਾਂ ਨੇ ਇੱਕ ਪ੍ਰਪੰਚ ਰਚਿਆ, ਇੱਕ ਧੋਖਾ ਕਰਨ ਦੀ ਕੋਸ਼ਿਸ਼ ਗੁਰੂ ਨਾਨਕ ਸਾਹਿਬ ਦੇ ਨਾਲ ਇਹਨਾਂ ਨੇ ਕੀਤੀ ਹੈ। ਹਾਂਜੀ। ਖਨ ਧਰਨੀ ਬਾਲਕ ਬੈਠਾਇਓ, ਉਪਰ ਤੇ ਇੱਕ ਸਾਰ ਬਣਾਇਓ। ਕੀ ਕੀਤਾ? ਸਾਰੀ ਰਾਤ ਸੁੱਤੇ ਹੀ ਨਹੀਂ। ਜ਼ਮੀਨ ਦੇ ਵਿੱਚ ਇਹਨਾਂ ਨੇ ਟੋਆ ਖੋਦਿਆ, ਖੱਡਾ ਖੋਦਿਆ, ਇੱਕ ਟੋਆ ਪੁੱਟਿਆ, ਉਹਦੇ ਵਿੱਚ ਇੱਕ ਬੱਚਾ ਬਿਠਾ ਦਿੱਤਾ, ਉਹਦੇ ਉੱਤੇ ਫਿਰ ਛੱਤ ਇਦਾਂ ਪਾ ਦਿੱਤੀ ਵੀ ਬੱਚੇ ਨੂੰ ਸਾਹ ਵੀ ਆਉਂਦਾ ਰਵੇ, ਤੇ ਜੇ ਬੱਚਾ ਬੋਲੇ ਤੇ ਉਹਦੀ ਆਵਾਜ਼ ਵੀ ਬਾਹਰ ਆਵੇ। ਇਦਾਂ ਦਾ ਛਲ ਕੀਤਾ ਇਹਨਾਂ ਨੇ। ਹਾਂਜੀ। ਆਸ ਕਰ ਪ੍ਰਭ ਸੋ ਕਹਿਓ ਬਿਹੋਰੀ, ਚਾਹੋ ਜੇ ਪੂਜਾ ਨਿਜ ਸਭ ਠੌਰੀ। ਹੁਣ ਇਹ ਅਗਲੀ ਸਵੇਰ ਹੋਈ, ਸਾਰੀ ਰਾਤ ਇਸ ਕੰਮ ਤੇ ਲੱਗੇ ਰਹੇ। ਸਵੇਰੇ ਉੱਠੇ ਤੇ ਉੱਠਦਿਆਂ ਸਾਰੀ ਇਹਨਾਂ ਨੇ ਫਿਰ ਗੱਲ ਸ਼ੁਰੂ ਕਰ ਲਈ। ਕਹਿਣ ਲੱਗੇ, ਨਾਨਕ ਜੀ
ਅਸ ਕਰ ਪ੍ਰਭ ਸੋ ਕਹਿਓ ਬਿਹੋਰੀ, ਚਹੋ ਜੇ ਪੂਜਾ ਨਿਜ ਸਭ ਠੌਰੀ। ਕੀ ਨਾਨਕ ਜੀ ਤੁਸੀਂ ਚਾਹੁੰਦੇ ਹੋ ਸਾਰੀ ਧਰਤੀ ਦੇ ਉੱਤੇ ਤੁਹਾਡੀ ਕੱਲਿਆਂ ਦੀ ਪੂਜਾ ਹੋਵੇ, ਕਿਉਂਕਿ ਤੁਸੀਂ ਸਾਨੂੰ ਨਾ ਤੇ ਬੈਠਣ ਦਿੰਦੇ ਹੋ ਨਾ ਕਿਤੇ ਜਾਣ ਦਿੰਦੇ ਹੋ। ਬਹਿਨੇ ਆ ਤਾਂ ਉੱਥੇ ਆ ਜਾਂਦੇ ਹੋ, ਜੇ ਅਸੀਂ ਕਿਤੇ ਹੋਰ ਜਾਂਦੇ ਤੇ ਮਗਰ ਆ ਜਾਂਦੇ ਹੋ ਤੁਸੀਂ। ਕੀ ਤੁਸੀਂ ਚਾਹੁੰਦੇ ਹੋ ਕਿ ਸਾਰੀ ਧਰਤੀ ਦੇ ਉੱਤੇ ਤੁਹਾਡੀ ਪੂਜਾ ਹੋਵੇ, ਸਭ ਲੋਕ ਤੁਹਾਡੀ ਹੀ ਪੂਜਾ ਕਰਨ? ਹਾਂਜੀ। ਧਰਨੀ ਕੋ ਬੁਲਾਏ ਬਿਨ ਦੇਰੀ, ਬੂਝ ਲਿਓ ਇਹ ਹੈ ਕਿਸ ਕੇਰੀ। ਕਹਿਣ ਲੱਗੇ ਜੀ ਚਲੋ ਇਹ ਤੇ ਗੱਲਾਂ ਛੱਡ ਗਏ ਆਪਾਂ, ਰੀਠੇ ਕਿਹਦੇ ਮਿੱਠੇ ਨੇ ਕਿਹਦੇ ਕੌੜੇ ਨੇ, ਕਿਹਦੇ ਕੋਲ ਕਿੰਨੀ ਸ਼ਕਤੀ ਹੈ। ਕਹਿਣ ਲੱਗੇ ਨਾਨਕ ਜੀ ਇਹ ਪਤਾ ਕਰੋ ਵੀ ਧਰਤੀ ਕਿਹਦੀ ਹੈ, ਤੁਹਾਡੀ ਹੈ ਕਿ ਸਾਡੀ ਹੈ। ਹੁਣ ਇਹਨਾਂ ਨੇ ਬੱਚੇ ਨੂੰ ਪੜ੍ਹਾਇਆ ਸੀ ਕਿ ਜਦੋਂ ਅਸੀਂ ਕਹੀਏ ਕਿ ਧਰਤੀ ਦੱਸ ਤੂੰ ਕਿਹਦੀ ਹੈ, ਤੇ ਬੱਚੇ ਨੂੰ ਕਿਹਾ ਸੀ ਵੀ ਤੂੰ ਕਵੀ ਮੈਂ ਸਿੱਧ ਜੋਗੀਆਂ ਦੀ ਆ। ਹੁਣ ਧਰਤੀ ਚੋਂ ਆਵਾਜ਼ ਆਏਗੀ ਤੇ ਲੋਕਾਂ ਨੇ ਰੌਲਾ ਪਾ ਦੇਣਾ ਕਿ ਵੇਖੋ ਜੀ ਧਰਤੀ ਨੇ ਤਾਂ ਖੁਦ ਬੋਲ ਕੇ ਕਿਹਾ ਕਿ ਧਰਤੀ ਨਾਨਕ ਦੀ ਨਹੀਂ ਹੈ, ਧਰਤੀ ਸਿੱਧ ਜੋਗੀ ਲੋਕਾਂ ਦੀ ਹੈ। ਹੁਣ ਬੱਚਾ ਰਾਤ ਦਾ ਇਹਨਾਂ ਨੇ ਧਰਤੀ ਵਿੱਚ ਟੋਆ ਪੱਟ ਕੇ ਬਿਠਾਇਆ ਹੋਇਆ ਸੀ। ਹੁਣ ਇਹ ਗੁਰੂ ਜੀ ਦੇ ਨਾਲ ਛਲ ਕਰਦੇ ਨੇ, ਕਹਿੰਦੇ ਜੀ ਧਰਤੀ ਨੂੰ ਪੁੱਛੋ ਵੀ ਧਰਤੀ ਤੁਹਾਡੀ ਹੈ ਕਿ ਸਾਡੀ ਹੈ। ਹਾਂਜੀ। ਉੱਤਰ ਦੇ ਹੈ ਕਿ ਹੈ ਮੈਂ ਤੇਰੀ, ਆਪ ਪੁਜਾਵੋ ਕੋਏ ਨਾ ਫੇਰੀ। ਉੱਤਰ ਦੇ ਕੇ ਹੈ ਮੈਂ ਤੇਰੀ, ਆਪ ਪੁਜਾਵੋ ਕੋਏ ਨਾ ਫੇਰੀ। ਤੁਸੀਂ ਧਰਤੀ ਨੂੰ ਪੁੱਛੋ, ਧਰਤੀ ਦਵੇਗੀ ਉੱਤਰ। ਤੇ ਜੇ ਧਰਤੀ ਤੁਹਾਡਾ ਨਾਂ ਲਵੇ ਤੇ ਅੱਜ ਤੋਂ ਬਾਅਦ ਤੁਹਾਡੀ ਪੂਜਾ, ਜੇ ਸਾਡਾ ਲਵੇ ਤੇ ਸਾਡੀ ਪੂਜਾ। ਤੁਹਾਡਾ ਨਾਂ ਲਵੇਗੀ ਤੇ ਅਸੀਂ ਆਪਣਾ ਹੱਕ ਛੱਡ ਦਿਆਂਗੇ, ਅਸੀਂ ਆਪਣੇ ਦਾਅਵੇਦਾਰੀ ਜਿਹੜੀ ਹੈ ਉਹ ਖਤਮ ਕਰ ਦਿਆਂਗੇ। ਹਾਂਜੀ। ਜੇ ਨਿਜ ਵਿਖੈ ਸ਼ਕਤ ਨਹਿ ਪਾਵੇ, ਕਹੂ ਹਮ ਸੰਗ ਬੁਲਾਏ ਦਿਖਾਵੇਂ। ਤੇ ਜੇ ਨਾਨਕ ਤੇਰੇ ਵਿੱਚ ਸ਼ਕਤੀ ਨਹੀਂ, ਜੇ ਤੂੰ ਇਹ ਕਵੇਂ ਵੀ ਮੇਰੇ ਤੋਂ ਤਾਂ ਧਰਤੀ ਭਾਈ ਨਹੀਂ ਬੋਲਦੀ, ਮੈਂ ਕਿਵੇਂ ਬੁਲਾਵਾਂ, ਧਰਤੀ ਨੂੰ ਬੁਲਾਉਣ ਜੋਗੀ ਤਾਕਤ ਮੇਰੇ ਕੋਲ ਤਾਂ ਨਹੀਂ ਹੈਗੀ, ਤੇ ਦੱਸ ਫਿਰ ਅਸੀਂ ਤੈਨੂੰ ਬੁਲਾ ਕੇ ਦੱਸਦੇ ਹਾਂ। ਸਾਡੇ ਕੋਲ ਤਾਕਤ ਹੈ, ਸਾਡੇ ਕੋਲ ਸ਼ਕਤੀ ਹੈ ਕਿ ਧਰਤੀ ਨੂੰ ਬੁਲਾਵਾਂਗੇ ਤੇ ਧਰਤੀ ਬੋਲੇਗੀ, ਧਰਤੀ ਨੂੰ ਬੋਲਣਾ ਪਵੇਗਾ। ਹਾਂਜੀ। ਸੁਨ ਮੁਸ਼ਕਾਨ ਸ਼੍ਰੀ ਗੁਣ ਖਾਨੀ, ਤਿਨ ਕਹਿ ਸੰਗ ਪਾਣੀ ਏਮ ਬਾਨੀ। ਗੁਰੂ ਨਾਨਕ ਦੇ ਪਿਤਾ ਜੀ ਹੱਸ ਪਏ। ਗੁਰੂ ਜੀ ਜਾਣਦੇ ਸਨ, ਇਹਨੂੰ ਅੰਤਰਜਾਮਤਾ ਕਹਿੰਦੇ ਨੇ। ਅੰਤਰਜਾਮਤਾ ਜਿਹੜੀ ਹੈ ਨਾ, ਇਹਦਾ ਨਾਂ ਹੈ ਕਿ ਭਲੇ ਤੇ ਬੁਰੇ ਦੀ ਪੀੜਾ ਨੂੰ ਵੀ ਪਛਾਨਣਾ। ਸਤਿਗੁਰੂ ਜੀ ਮੁਸਕਰਾ ਪਏ। ਸੁਣ ਮੁਸਕਾਨੇ ਸ਼੍ਰੀ ਗੁਣ ਖਾਨੀ, ਤਿਨ ਕੇ ਸੰਗ ਭਣੀ ਇਮ ਬਾਨੀ। ਸਤਿਗੁਰਾਂ ਨੇ ਹੱਸ ਕੇ ਬੋਲਿਆ, ਮੁਸਕਰਾ ਕੇ ਬੋਲਿਆ ਵੀ ਦੱਸੋ ਇਹ ਕਰ ਕੀ ਰਹੇ ਨੇ ਸਿੱਧ ਜੋਗੀ ਲੋਕ, ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ ਭਾਈ। ਏਡੇ ਏਡੇ ਵੱਡੀਆਂ ਉਮਰਾਂ ਦੇ ਮਾਲਕ, ਇੰਨੀਆਂ ਇੰਨੀਆਂ ਕਰਾਮਾਤਾਂ ਦੇ ਮਾਲਕ, ਤੇ ਕੀ ਬਚਗਾਨਾ ਗੱਲਾਂ ਕਰਦੇ ਨੇ ਸਾਡੇ ਨਾਲ। ਹਾਂਜੀ। ਸ਼ਕਤਵਾਨ ਏਕੈ ਜਗਤੇਸ਼ਾ, ਹਮ ਰਹਿ ਬਿਖੈ ਨ ਪਾਇਤ ਲੇਸਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਸੁਣੋ, ਸ਼ਕਤੀ ਵਾਲਾ ਤੇ ਰੱਬ ਹੈ। ਅਸੀਂ ਤੇ ਨਹੀਂ ਮੰਨਦੇ ਵੀ ਰੱਬ ਬੰਦੇ ਵਿੱਚ ਵੀ ਕੋਈ ਸ਼ਕਤੀ ਹੁੰਦੀ ਹੈ, ਤੇ ਜਿਹੜੀ ਸ਼ਕਤੀ ਦਾ ਮਾਲਕ ਰੱਬ ਹੈ, ਸਾਡੇ ਵਿੱਚ ਤਾਂ ਲੇਸ ਮਾਤਰ ਵੀ ਨਹੀਂ ਹੈ, ਜਰਾ ਮਾਤਰ, ਤਨਕ ਮਾਤਰ, ਥੋੜੀ ਜੀ ਵੀ ਸਾਡੇ ਕੋਲ ਨਹੀਂ ਹੈਗੀ। ਗੁਰੂ ਨਾਨਕ ਦੇ ਘਰ ਦਾ, ਸਿੱਖੀ ਦਾ ਇਹੀ ਫੇਥ ਹੈ ਕਿ ਸਾਰੀਆਂ ਸ਼ਕਤੀਆਂ ਦਾ ਮਾਲਕ ਵਾਹਿਗੁਰੂ ਹੈ, ਬੰਦਾ ਨਹੀਂ ਹੈ। ਹਾਂਜੀ। ਅਜਮਤ ਕੋ ਹੰਕਾਰ ਤੁਮਾਰੇ,
ਹਮੈ ਦਿਖਾਵੋ ਦੇਖਣ ਹਾਰੇ। ਅਜਮਤ ਕੋ ਹੰਕਾਰ ਤੁਮਾਰੇ, ਤੁਹਾਡੇ ਵਿੱਚ ਜੋਗੀ ਜਨੋ ਅਜਮਤ ਦਾ ਬਹੁਤ ਹੰਕਾਰ ਹੈ। ਸਾਡੇ ਵਿੱਚ ਤੇ ਵੀ ਸ਼ਕਤੀਆਂ ਰੱਬ ਕੋਲ ਨੇ, ਬੰਦੇ ਕੋਲ ਕੋਈ ਨਹੀਂ, ਤੇ ਤੁਹਾਡੇ ਵਿੱਚ ਇਸ ਗੱਲ ਦਾ ਹੰਕਾਰ ਬਹੁਤ ਹੈ। ਇਸ ਕਰਕੇ ਹਮੇ ਦਿਖਾਵੋ ਦੇਖਣ ਹਾਰੇ, ਅਸੀਂ ਤਾਂ ਵੇਖਣ ਵਾਲਿਆਂ ਵਿੱਚੋਂ ਹੀ ਆ, ਅਸੀਂ ਵਿਖਾਉਣ ਵਾਲਿਆਂ ਵਿੱਚੋਂ ਨਹੀਂ ਆ। ਤੁਸੀਂ ਵਿਖਾਓ, ਅਸੀਂ ਇਹ ਵੀ ਵੇਖ ਲੈਨੇ ਆ, ਅੱਗੇ ਵੀ ਤੁਸੀਂ ਵਿਖਾਉਂਦੇ ਹੋ, ਅਸੀਂ ਤਾਂ ਵਿਖਾਉਂਦੇ ਨਹੀਂ ਕੁਝ, ਕਿਉਂਕਿ ਸਤਿਗੁਰੂ ਕਦੇ ਪਹਿਲ ਨਹੀਂ ਸੀ ਕਰਦੇ। ਜਿਹੜੇ ਪ੍ਰਸ਼ਨ ਨੇ ਨਾ ਉਹ ਜੋਗੀਆਂ ਦੇ ਨੇ, ਸਤਿਗੁਰੂ ਤਾਂ ਉੱਤਰ ਹੀ ਦਿੰਦੇ ਸੀ ਉਹਨਾਂ ਨੂੰ, ਜਾਂ ਕਰਾਮਾਤਾਂ ਦੇ ਵਿੱਚ ਵੀ ਉਹ ਪਹਿਲ ਉਹ ਹੀ ਕਰਦੇ ਸੀ। ਹਰ ਗੱਲ ਦੀ ਸ਼ੁਰੂਆਤ ਉਹ ਆਪ ਕਰਦੇ ਸਨ, ਸਿੱਧ ਜੋਗੀ ਲੋਕ। ਹਾਂਜੀ। ਸੁਣ ਕਹਿ ਸਿੱਧਣ ਗਿਰਾ ਉਚਾਰੀ, ਜੇ ਧਰਨੀ ਤੂੰ ਅਹੈ ਹਮਾਰੀ। ਹੁਣ ਸਿੱਧ ਜੋਗੀ ਲੋਕ ਜੋ ਚਾਹੁੰਦੇ ਸੀ ਉਹ ਹੋ ਗਿਆ। ਉਹ ਚਾਹੁੰਦੇ ਹੀ ਇਹ ਸੀ ਵੀ ਅਸੀਂ ਬੁਲਾਈਏ ਤੇ ਉਹ ਬੱਚਾ ਬੋਲੇ, ਤੇ ਹੁਣੇ ਰੌਲਾ ਪਾ ਦਈਏ ਕਿ ਵੇਖੋ ਜੀ ਧਰਤੀ ਤੇ ਸਾਡੀ ਹੈ, ਕਿਉਂਕਿ ਬੱਚਾ ਤੇ ਉਹਨਾਂ ਨੇ ਖੁਦ ਬਿਠਾਇਆ ਸੀ ਥੱਲੇ। ਟੋਆ ਤੇ ਸਾਰੀ ਰਾਤ ਪੁੱਟਦੇ ਰਹੇ, ਸਾਰੀ ਰਾਤ ਬੱਚੇ ਨੂੰ ਪੜ੍ਹਾਇਆ ਇਹਨਾਂ ਨੇ ਕਿ ਅਸੀਂ ਜਦੋਂ ਬੋਲਾਂਗੇ ਤੂੰ ਆਹੀ ਗੱਲ ਬੋਲਣੀ ਅੱਗੋਂ। ਹੁਣ ਸਿੱਧ ਜੋਗੀ ਲੋਕਾਂ ਨੇ ਕਿਹਾ ਵੀ ਐ ਧਰਤੀ, ਜੇ ਧਰਨੀ ਤੂੰ ਅਹੇ ਹਮਾਰੀ, ਸੁਣ ਕੇ ਸਿੱਧਨ ਗਿਰਾ ਉਚਾਰੀ। ਧਰਤੀ ਦੱਸ ਕੀ ਤੂੰ ਸਾਡੀ ਹੈ? ਅਸੀਂ ਤੈਨੂੰ ਸਾਰੇ ਸਿੱਧ ਜੋਗੀ ਲੋਕ ਪੁੱਛਦੇ ਆ। ਹਾਂਜੀ। ਤਉ ਉਤਰ ਦੀਜੈ ਤ੍ਰਹਿ ਵਾਰੀ, ਮੈਂ ਸਿੱਧਣ ਕੀ ਕਹੋ ਪੁਕਾਰੀ। ਤੇ ਫਿਰ ਆਖਿਆ ਧਰਤੀ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤੈਨੂੰ 3 ਵਾਰੀ ਬੋਲ ਕੇ ਕਹਿਣਾ ਪਵੇਗਾ। ਹੋ ਸਕਦਾ ਇੱਕ ਵਾਰੀ ਅਗਲੇ ਕਹਿਣ ਜੀ ਅਸੀਂ ਤਾਂ ਸੁਣਿਆ ਹੀ ਨਹੀਂ, ਦੂਜੀ ਵਾਰੀ ਕਹਿਣ ਅਗਲੇ ਵੀ ਇਹ ਤੇ ਤੁਸੀਂ ਕੋਈ ਪ੍ਰਬੰਧ ਕੀਤਾ ਹੋਏਗਾ, ਤੇ ਤੂੰ 3 ਵਾਰੀ ਬੋਲ। ਧਰਤੀ ਨੂੰ ਕਿਹਾ ਕਿ 3 ਵਾਰੀ ਬੋਲ ਕੇ ਦੱਸ, ਮੈਂ ਜੋਗੀਆਂ ਦੀ ਧਰਤੀ ਹਾਂ, ਮੈਂ ਜੋਗੀਆਂ ਦੀ ਧਰਤੀ ਹਾਂ, ਮੈਂ ਜੋਗੀਆਂ ਦੀ ਧਰਤੀ ਹਾਂ। ਹਾਂਜੀ। ਸੁਣ ਸਿਸ ਬੋਲੇ ਉਤਰਨ ਮਜਾਰੀ, ਮੈਂ ਸਿੱਧਣ ਕੀ ਨਿਤ ਅਨਸਾਰੀ। ਹੁਣ ਬੋਲਣਾ ਕਿੰਨੇ ਸੀ? ਧਰਤੀ ਨੇ ਤਾਂ ਬੋਲਣਾ ਨਹੀਂ ਸੀ, ਮਿੱਟੀ ਥੋੜਾ ਬੋਲਦੀ ਹੈ। ਮਿੱਟੀ ਵਿੱਚ ਬਿਠਾਇਆ ਬੱਚਾ ਬੋਲਿਆ, ਕਹਿਣ ਲੱਗਾ ਜੀ ਮੈਂ ਧਰਤੀ, ਮੈਂ ਜੋਗੀਆਂ ਦੀ ਧਰਤੀ ਹਾਂ। ਸੁਣ ਸਿਸ ਬੋਲਿਓ ਧਰਨ ਮਝਾਰੀ, ਮੈਂ ਸਿੱਧਨ ਕੀ ਨਿਤ ਅਨੁਸਾਰੀ। ਮੈਂ ਇਹ ਜਿਹੜੇ ਕਰਾਮਾਤੀ ਸਿੱਧ ਨੇ, ਮੈਂ ਤੇ ਇਹਨਾਂ ਦੀ ਆਗਿਆਕਾਰੀ ਹਾਂ, ਮੈਂ ਤਾਂ ਧਰਤੀ ਹਾਂ, ਇਹਨਾਂ ਦੇ ਹੁਕਮ ਵਿੱਚ ਹਾਂ। ਦੁਤਿਐ ਬਾਰ ਸਿੱਧ ਬੂਝਣ ਲਾਗੇ, ਬੋਲਿਓ ਬਾਲਕ ਜਿਉ ਕਹਿ ਆਗੇ। ਜੋਗੀਆਂ ਨੇ ਫਿਰ ਕਿਹਾ ਕਿ ਧਰਤੀ ਤੂੰ ਇੱਕ ਵਾਰੀ ਕਿਹਾ, ਦੂਜੀ ਵਾਰੀ ਫਿਰ ਕਹਿ, ਤਾਂ ਕਿ ਸਾਰਿਆਂ ਦੀ ਤਸੱਲੀ ਹੋ ਜਾਏ। ਹੁਣ ਧਰਤੀ ਤਾਂ ਹੈ ਨਹੀਂ ਸੀ, ਥੱਲੇ ਤੇ ਬੱਚਾ ਸੀ। ਬੱਚੇ ਨੇ ਉਹੀ ਸ਼ਬਦ ਦੁਬਾਰਾ ਰਿਪੀਟ ਕਰ ਦਿੱਤੇ ਵੀ ਮੈਂ ਤੇ ਸਿੱਧਾਂ ਦੀ ਧਰਤੀ ਹਾਂ, ਸਿੱਧਾਂ ਦੇ ਹੁਕਮ ਵਿੱਚ ਰਹਿਣੀ ਆ। ਹਾਂਜੀ। ਤੀਸਰ ਬਾਰ ਉਦਤ ਭਾ ਜਬ ਹੀ, ਪੂਰਬ ਸਤਿਗੁਰ ਬੋਲੇ ਤਬ ਹੀ। ਤੀਸਰ ਬਾਰ ਉਦਤ ਭਾ ਜਬ ਹੀ। ਹੁਣ ਜਦੋਂ ਸਿੱਧਾਂ ਨੇ ਕਿਹਾ ਕਿ ਤੀਜੀ ਵਾਰੀ ਬੋਲ, ਇਸ ਤੋਂ ਪਹਿਲਾਂ ਕਿ ਬੱਚਾ ਬੋਲਦਾ, ਤੇ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਇਹ ਬਚਨ ਕਵੀ ਜੀ ਨੇ ਲਿਖੇ ਨੇ ਕਿ ਇਹ ਬਚਨ ਸਤਿਗੁਰੂ ਜੀ ਦੇ ਮੁਖ ਤੋਂ ਸੁਤੇ ਭਾਵ ਨਿਕਲੇ। ਹਾਂਜੀ। ਅਬ ਲਹੁ ਬੋਲਣ ਉਚਿਤ ਰਹਿਓਈ, ਸੁਣਤ ਪਇਓ ਮਿਰਤਕ ਸਿਸ ਸੋਈ। ਅਬ ਲੋ ਬੋਲਣ ਉਚਿਤ ਰਹਿਓਈ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਵੀ ਅਜੇ ਤੱਕ ਤੂੰ ਬੋਲਣ ਜੋਗਾ ਹੈਗਾ, ਤੀਜੀ ਵਾਰੀ ਵੀ ਤੂੰ ਬੋਲੇਗਾ। ਇਹਦਾ ਅਰਥ ਇਹ ਸੀ
ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਬੱਚੇ ਦੀ ਮੌਤ ਹੋ ਗਈ, ਉਹ ਖਤਮ ਹੋ ਗਿਆ। ਹਾਂਜੀ। ਪੁੱਤਰ ਨ ਆਇਓ ਬਹੁਰ ਬੁਲਾਏ, ਸਰਬ ਸਿੱਧ ਮਨ ਮਹਿ ਬਿਸਮਾਏ। ਹੁਣ ਧਰਤੀ ਬੋਲਦੀ ਨਹੀਂ। ਕੀ ਬੋਲੇ? ਬੋਲਦਾ ਤੇ ਬੱਚਾ ਸੀ, ਬੱਚਾ ਮਰ ਗਿਆ ਹੈ। ਸਿੱਧ ਜੋਗੀ ਬੜੇ ਪਰੇਸ਼ਾਨ ਹੋਏ ਵੀ ਇਹ ਕੀ ਬਣਿਆ। 2 ਵਾਰੀ ਧਰਤੀ ਬੋਲੀ, ਤੀਜੀ ਵਾਰੀ ਕਿਉਂ ਨਹੀਂ ਬੋਲਦੀ? ਉੱਤਰ ਨਾ ਆਇਓ ਬਹੁਰ ਬੁਲਾਏ, ਸਰਬ ਸਿੱਧ ਮਨ ਮੈਂ ਬਿਸਮਾਏ। ਜੋਗੀ ਪਰੇਸ਼ਾਨ ਹੋ ਗਏ ਵੀ ਇਹ ਹੋ ਨਹੀਂ ਸੀ ਸਕਦਾ, ਵੀ ਤੀਜੀ ਵਾਰੀ ਬੱਚਾ ਕਿਉਂ ਨਹੀਂ ਬੋਲਿਆ, ਬੱਚੇ ਨੂੰ ਕੀ ਹੋ ਗਿਆ, ਕਿਉਂ ਨਹੀਂ ਬੋਲਿਆ। ਨਾ ਤੇ ਉਹਨੂੰ ਬੱਚੇ ਨੂੰ ਕੋਈ ਫੜ ਸਕਦਾ ਸੀ, ਨਾ ਰੋਕ ਸਕਦਾ ਸੀ, ਨਾ ਹੀ ਬੱਚਾ ਸੇਫ ਸੀ ਧਰਤੀ ਵਿੱਚ ਕਿ ਉਹਨੂੰ ਕੋਈ ਕੁਛ ਕਰ ਦੇਵੇ। ਹਾਂਜੀ। ਕੇਤਕ ਚਿਰ ਮੈਂ ਮਰਿਓ ਨਿਕਾਰਿਓ, ਲੱਜਤ ਹਵੈ ਸਿੱਧ ਬਲ ਹਾਰਿਓ। ਜੋਗੀ ਲੋਕ ਬੜੇ ਪਰੇਸ਼ਾਨ ਹੋਏ। ਇਹ ਉਹਨਾਂ ਦਾ ਡਰਾਮਾ ਨਹੀਂ ਚੱਲਿਆ, ਇਹ ਸਤਿਗੁਰੂ ਜੀ ਦੇ ਨਾਲ ਉਹਨਾਂ ਨੇ ਛਲ ਕਰਨ ਦੀ, ਧੋਖਾ ਕਰਨ ਦੀ, ਇੱਕ ਨੋਟੰਕੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਚੱਲੀ ਨਹੀਂ ਉਹਨਾਂ ਦੀ। ਹੁਣ ਕੀ ਹੋਇਆ? ਜਦੋਂ ਸਤਿਗੁਰੂ ਜੀ ਦਾ ਧਿਆਨ ਪਰੇ ਹੋਇਆ, ਇਹਨਾਂ ਨੇ ਉਸੇ ਵੇਲੇ ਦਵਾ ਦਵ ਉਸ ਬੱਚੇ ਨੂੰ ਬਾਹਰ ਕੱਢਿਆ ਤੇ ਕੀ ਵੇਖਿਆ? ਬੱਚਾ ਤੇ ਮਰਿਆ ਪਿਆ, ਬੱਚੇ ਵਿੱਚ ਸਵਾਸ ਹੀ ਨਹੀਂ, ਜਿੰਦੀ ਨਹੀਂ ਹੈ। ਹਾਂਜੀ। ਆਪ ਆਪਣੇ ਆਸਣ ਬੈਸੇ, ਚੋਰ ਨਾਰ ਜਿਉ ਤੂਸ਼ਣ ਤੈਸੇ। ਤੇ ਕਵੀ ਜੀ ਨੇ ਕਮਾਲ ਦੀ ਉਦਾਹਰਣ ਦਿੱਤੀ, ਕਹਿੰਦੇ ਫਿਰ ਆਪਣੀ ਆਪਣੀ ਥਾਂ ਜਾ ਕੇ ਬਹਿ ਗਏ। ਜਿੱਥੇ ਜਿੱਥੇ ਕਿਸੇ ਦਾ ਆਸਣ ਸੀ ਉੱਥੇ ਜਾ ਚੌਂਕੜੀ ਮਾਰੀ ਇਹਨਾਂ ਨੇ। ਤੇ ਬੈਠੇ ਕਿਵੇਂ ਨੇ? ਕਹਿੰਦੇ ਬੈਠੇ ਐਵੇਂ ਨੇ, ਚੋਰ ਨਾਰ ਜਿਉ ਤੂਸ਼ਣ ਤੈਸੇ। ਕਹਿੰਦੇ ਜਦੋਂ ਚੋਰ ਜਾਵੇ ਨਾ ਫੜਿਆ ਤੇ ਸਾਰਾ ਪਿੰਡ ਬੋਲਦਾ ਹੈ, ਪਰ ਕਹਿੰਦੇ ਕਿ ਚੋਰ ਦੀ ਘਰ ਵਾਲੀ ਹੁੰਦੀ ਜਿਹਨੂੰ ਗੱਲ ਵੀ ਨਹੀਂ ਫੁਰਦੀ ਵੀ ਹੁਣ ਮੈਂ ਕਵਾਂ ਕੀ। ਹੁਣ ਇਹ ਕਵੇ ਵੀ ਮੇਰੇ ਘਰ ਵਾਲੇ ਨੇ ਮਾੜਾ ਕੀਤਾ, ਇਹਨੇ ਜੋਗੀ ਵੀ ਨਹੀਂ, ਉਹਨੂੰ ਪਤਾ ਵੀ ਇਹਨੇ ਘਰ ਜਾ ਕੇ ਕੁੱਟਣਾ ਹੈ। ਚੋਰੀ ਦਾ ਕੇਸ ਤੇ ਅੱਜ ਨਹੀਂ ਤੇ ਕੱਲ ਮੁੱਕ ਜਾਏਗਾ, ਉਦੋਂ ਬਾਅਦ ਫਿਰ ਕੁੱਟੇਗਾ ਵੀ ਤੂੰ ਕਿਵੇਂ ਬੋਲੀ ਬਈ। ਕਹਿੰਦੇ ਸਿੱਧ ਜੋਗੀ ਐਵੇਂ ਸਮਾਧੀ ਲਾ ਕੇ ਬਹਿ ਗਏ ਜਿਵੇਂ ਚੋਰ ਫੜੇ ਜਾਣ ਤੋਂ ਬਾਅਦ ਚੋਰ ਦੀ ਪਤਨੀ ਚੁੱਪ ਕਰਕੇ ਬਹਿੰਦੀ ਹੈ, ਵੀ ਉਹਦੇ ਕੋਲੇ ਜਵਾਬ ਹੀ ਕੋਈ ਨਹੀਂ ਹੁੰਦਾ। ਚੋਰਾਂ ਦੀਆਂ ਵੋਟੀਆਂ ਵਾਂਗੂ ਬਹਿ ਗਏ ਜਾ ਕੇ ਚੌਂਕੜੀਆਂ ਮਾਰ ਮਾਰ ਕੇ। ਹਾਂਜੀ। ਪ੍ਰਾਨ ਨਾਥ ਪੁੰਨ ਮੰਗਲ ਜੋ, ਪ੍ਰਭ ਸਮੀਪ ਆਏ ਚੱਲ ਦੋ। ਤਦੋਂ ਫਿਰ ਇੱਕ ਜੋਗੀ ਪ੍ਰਾਣਨਾਥ, ਇੱਕ ਜੋਗੀ ਮੰਗਲ, ਇਹ ਦੋਵੇਂ ਅਸਲ ਵਿੱਚ ਗੁਰੂ ਪੱਖੀ ਸਨ ਸ਼ੁਰੂ ਤੋਂ ਹੀ। ਇਹ ਬੜੇ ਖੁਸ਼ ਹੁੰਦੇ ਸੀ ਗੁਰੂ ਜੀ ਦੀ ਸ਼ਕਤੀ ਵੇਖ ਕੇ, ਗੁਰੂ ਜੀ ਨੂੰ ਮਿਲ ਕੇ। ਇਹ ਕਦੇ ਵੀ ਸਤਿਗੁਰੂ ਨਾਲ ਬਹਿਸ ਮੁਬਾਸਾ ਨਹੀਂ ਸੀ ਕਰਦੇ। ਇਹ ਹੁਣ ਦੋਵੇਂ ਜਣੇ ਸਤਿਗੁਰੂ ਜੀ ਦੇ ਕੋਲ ਚੱਲ ਕੇ ਆਉਂਦੇ ਨੇ। ਹਾਂਜੀ। ਬਿਨੈ ਪ੍ਰਸੰਸਾ ਅਦਕ ਉਚਾਰੀ, ਆਪ ਨਿਰੰਜਨ ਮੂਰਤ ਤਾਰੀ। ਆ ਕੇ ਇਹਨਾਂ ਨੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਕਹਿਣ ਲੱਗੇ ਨਾਨਕ ਜੀ ਤੁਸੀਂ ਤੇ ਨਿਰੰਜਨ ਦੀ ਮੂਰਤ ਹੋ, ਰੱਬ ਦੀ ਮੂਰਤ ਹੋ, ਭਗਵਾਨ ਦੀ ਮੂਰਤ ਹੋ। ਅਸੀਂ ਤੇ ਐਵੇਂ ਸਾਧਨਾ ਕਰਨ ਵਾਲੇ ਜੋਗੀ ਆ, ਤੁਸੀਂ ਤਾਂ ਪੁੱਗੇ ਹੋਏ ਹੋ, ਆਪ ਰੱਬ ਹੋ, ਰੱਬ ਵਿੱਚ ਭੇਦ ਹੋ। ਹਾਂਜੀ। ਮੁੰਦਾ ਔਰਖ ਰਾਓ ਜੋ, ਸਹਿਤ ਸ਼ਰਤ ਗੋਰਖ ਦੇਹੁ ਦੋ। ਕਹਿਣ ਲੱਗੇ ਜੀ ਅਸੀਂ ਆਏ ਆ ਤੁਹਾਡੇ ਕੋਲ 3 ਚੀਜ਼ਾਂ ਮੰਗਣ ਆਏ ਆ। ਇੱਕ ਗੁਰੂ ਗੋਰਖ ਦੀ ਮੁੰਦਰਾ ਕੰਨ 'ਚ ਪਾਉਣ ਵਾਲੀ, ਇੱਕ ਖੜਾਵ ਪੈਰਾਂ ਵਿੱਚ ਪਾਉਣ ਵਾਲੀ, ਤੇ ਇੱਕ ਉਹ ਸ਼ਕਤੀ ਕਰਾਮਾਤ ਜਿਹੜੀ ਗੁਰੂ ਗੋਰਖ ਦੇ ਕੋਲ ਸੀ, ਤੁਸੀਂ ਤਾਂ ਉਹ ਵੀ ਖੋਹ ਲਈ ਹੈ। ਕਿ ਇਹ 3 ਚੀਜ਼ਾਂ ਮਹਾਰਾਜ ਵਾਪਸ ਕਰ ਦਿਓ। ਹਾਂਜੀ। ਬਾਲਕ ਕੋ ਜਿਵਾਏ ਪੁਨ ਦੀਜੈ, ਸ਼੍ਰੀ ਨਾਨਕ ਜੀ ਕਰਨਾ ਕੀਜੈ। ਫਿਰ ਕਹਿਣ ਲੱਗੇ ਮਹਾਰਾਜ ਉਹ ਬੱਚਾ ਵੀ ਜਿਉਂਦਾ ਕਰ ਦਿਓ।
ਬੱਚੇ ਦੇ ਮਾਂ-ਬਾਪ ਉੱਡ ਉੱਡ ਕੇ ਗਲ ਪੈਂਦੇ ਹੋਣਗੇ ਵੀ ਏਡੇ ਏਡੇ ਜੋਗੀ ਬਣੀ ਫਿਰਦੇ ਹੋ, ਸਾਡਾ ਕਾਕਾ ਮਰਵਾਤਾ ਤੁਸੀਂ ਬਈ। ਕਹਿਣ ਲੱਗੇ ਜੀ ਉਹ ਬੱਚਾ ਵੀ ਜਿਉਂਦਾ ਕਰ ਦਿਓ। ਇਹ ਕਿਰਪਾ ਕਰੋ ਕਿ ਬਾਲਕ ਕੋ ਜਵਾਏ ਪੁੰਨ ਦੀਜੈ, ਸ਼੍ਰੀ ਨਾਨਕ ਜੀ ਕਰੁਣਾ ਕੀਜੈ। ਰਹਿਮਤ ਕਰੋ, ਦਇਆ ਕਰੋ, ਕਿਰਪਾ ਕਰੋ। ਹਾਂਜੀ। ਨਿਜ ਹੰਕਾਰ ਮੈਂ ਜਾਣਤ ਨਾਹੀ, ਮੂਰਖ ਬਹੁਰ ਬਹੁਰ ਪਛਤਾਹੀ। ਨਿਜ ਹੰਕਾਰ ਮੈਂ ਜਾਣਤ ਨਾਹੀ, ਇਹ ਵੀ ਕਿਹਾ ਮਹਾਰਾਜ ਬਖਸ਼ ਦਿਓ ਸਾਨੂੰ ਜੋਗੀਆਂ ਨੂੰ। ਇਹ ਹੰਕਾਰੀ ਨੇ, ਆਪਣੇ ਹੰਕਾਰ ਵਿੱਚ ਇਹ ਤੁਹਾਨੂੰ ਸਮਝ ਨਹੀਂ ਪਾ ਰਹੇ। ਇਸ ਕਰਕੇ ਮੂਰਖ ਬਹੁਰ ਬਹੁਰ ਪਛਤਾਹੀ, ਇਹ ਮੂਰਖ ਨੇ, ਫਿਰ ਆ ਕੇ ਤੁਹਾਡੇ ਨਾਲ ਮੱਥਾ ਲਾਉਂਦੇ ਨੇ, ਹਾਰ ਜਾਂਦੇ ਨੇ, ਫਿਰ ਪਛਤਾਉਂਦੇ ਨੇ। ਇਹ ਮੂਰਖ ਨੇ। ਇਹ ਗੱਲ ਪ੍ਰਾਣਨਾਥ ਨੇ ਤੇ ਮੰਗਲ ਜੋਗੀ ਨੇ ਮੰਨੀ ਹੈ। ਹਾਂਜੀ। ਜਾਣ ਆਪਣੇ ਈਠ ਦੋ, ਬਿਨੈ ਸੁਣੀ ਪੁਨ ਕਾਣ। ਗੁਰੂ ਜੀ ਨੇ ਜਾਣਿਆ ਕਿ ਇਹ ਦੋਵੇਂ ਹੀ ਜਿਹੜੇ ਨੇ ਇਹ ਸਾਡੇ ਈਠ ਨੇ। ਈਠ ਕਹਿੰਦੇ ਨੇ ਮਿੱਤਰ, ਸੁੱਖ ਮੰਗਣ ਵਾਲੇ। ਇਹ ਤੇ ਜੋਗੀਆਂ ਵਿੱਚ ਸਾਡਾ ਭਲਾ ਲੋੜਨ ਵਾਲੇ ਦੋਵੇਂ ਲੋਕ ਨੇ। ਸਤਿਗੁਰੂ ਨੇ ਉਹਨਾਂ ਦੀ ਬੇਨਤੀ ਆਪਣੇ ਕੰਨਾਂ ਨਾਲ ਸੁਣ ਲਈ, ਸੁਣ ਕੇ ਮੰਨ ਲਈ। ਹਾਂਜੀ। ਮੁੰਦਾ ਸ਼ਕਤ ਖਰਾਹੋ ਜੋ, ਤੀਨ ਦੀਨ ਤਿਨ ਪਾਣ। ਤਾਂ ਸਤਿਗੁਰੂ ਜੀ ਨੇ ਮੁੰਦਰਾਂ ਵੀ ਦੇ ਦਿੱਤੀ, ਖੜਾਮ ਵੀ ਦੇ ਦਿੱਤੀ ਤੇ ਸ਼ਕਤੀ ਵੀ ਦੇ ਦਿੱਤੀ। ਤਿੰਨੋਂ ਹੀ ਚੀਜ਼ਾਂ ਮੋੜ ਦਿੱਤੀਆਂ। ਆਖਿਆ ਜਾਓ ਲੈ ਜਾਓ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।